Hello everyone. My name is Yatin Batra. I am editor and treasurer of Chemical Society. Today we are going to talk about a journey from GNDU to IIT Bombay. So who is this who got into an IIT Bombay from GNDU? He is Ashif Narula and is currently pursuing his PhD at Bioinorganic Chemistry Lab of Dr. Rao at IIT Bombay. And he is the alumni of our department. So I would like to welcome him to the show. And Ashiv, I hope you are safe and healthy here. Yeah, sure. Very much. Thank you so much, Jatin, for a nice introduction. And I hope this event is going to help all the whosoever joined the meeting today. I think some students from GNDU and some students from IIT Bombay do have joined. So let us start our discussion because we were late for reason. So Ashiv, let's take this discussion to an informal discussion, not a formal type of discussion. So what are you feeling right now? Means कैसी फीलिंग आ रही है? GNDU ने मेरे को इनवाइट किया है टॉक शो पर बोलने के लिए और कभी सोचा था कि ऐसा होगा? So actually it's a very nice feeling to speak on the behalf of GNDU and specifically जब हम लोग अपना जो जर्नी है बहुत आगे चले जाते हैं और उसके बाद में when we see backward it is always a good to see our own people. तो ये बहुत ही अच्छी फीलिंग है इतने टाइम के बाद में मुझे मौका मिला है. आई एम सॉरी थोड़ा लैंग्वेज में मुझे अगर इशू आए तो बट आई ट्राई टू कंस्ट्रेन माई सेल्फ एज मच एज पॉसिबल इन हिंदी और पंजाबी. तो मुझे लग रहा है कि काफ़ी पार्टिसिपेंट्स ने ज्वाइन कर लिया है और मुझे ये भी लगता है कि कुछ सीनियर पार्टिसिपेंट्स भी होंगे तो इसलिए हम लोग थोड़ा लैंग्वेज को हिंदी या पंजाबी में मैं थोड़ा बोलने का ट्राई करांगा. हाँ जी. So language ਵਿੱਚ ਤਾਂ ਫਰਕ ਪੈ ਜਾਂਦਾ ਹੈ. Basically you are from Abohar, right? Correct. So Abohar ਦੇ ਪੰਜਾਬ ਦੇ ਬੰਦੇ ਆ ਹੁਣ ਬੰਬੇ ਗਏ ਨੂੰ 5 ਸਾਲ ਹੋ ਗਏ ਆਪੀ ਲੈਂਗੁਏਜ ਦਾ ਫਰਕ ਪੈਣਾ ਹੀ ਆ. ਸੋ ਮੈਂ ਤੁਹਾਡੇ ਬੈਕਗ੍ਰਾਉਂਡ ਬਾਰੇ ਜਾਨਣਾ ਚਾਹੁੰਦਾ ਤੁਸੀਂ ਤੁਹਾਡਾ ਐਕੈਡਮਿਕਸ ਕਿੱਦਾਂ ਦਾ ਸੀ? BSc ਕਿੱਦਾਂ ਦਾ ਐਕੈਡਮਿਕ ਸੀਗਾ ਜਾਂ what was your score in BSc or MS? ਅੱਛਾ ਠੀਕ ਹੈ ਤਾਂ ਮੈਂ ਅਗਰ ਤੁਸੀਂ ਅਕੈਡਮਿਕ ਬਾਰੇ ਪੁੱਛਦੇ ਹੋ ਤਾਂ ਮੈਂ ਸਟਾਰਟ ਕਰਾਂਗਾ ਆਪਣੇ ਸਕੂਲਿੰਗ ਤੋਂ. ਐਕਚੁਅਲੀ ਮੈਂ 8th 9th ਸਟੈਂਡਰਡ ਤੱਕ ਬਹੁਤ ਹੀ ਡਲ ਸਟੂਡੈਂਟ ਰਿਹਾ ਟੂ ਬੀ ਫ੍ਰੈਂਕ. ਮੈਂ ਪੜ੍ਹਨ ਲਿਖਣ 'ਚ ਥੋੜਾ ਜਿਹਾ ਹੱਥ ਟਾਈਟ ਸੀਗਾ ਮੇਰਾ ਨਾਰਮਲੀ ਜੋ ਪੰਜਾਬੀ ਬੰਦਿਆਂ ਦਾ ਹੁੰਦਾ ਤੇ ਸਡਨਲੀ ਦੈਨ ਮੈਨੂੰ ਓਬਵੀਅਸਲੀ ਹਰ ਇੱਕ ਬੰਦੇ ਦੀ ਜ਼ਿੰਦਗੀ 'ਚ ਕੁਝ ਟਾਸਕ ਆਉਂਦੇ ਆ ਕੁਝ ਮਿਸ਼ਨਸ ਆਉਂਦੇ ਆ ਤਾਂ ਉੱਦਾਂ ਹੀ ਸਾਨੂੰ ਇੱਕ ਫਾਈਨੈਂਸ਼ੀਅਲ ਕ੍ਰਾਈਸਿਸ ਕੁਝ ਹੋਇਆ ਕੁਝ ਬਿਜ਼ਨਸ ਲਾਸ ਵਗੈਰਾ ਹੋਇਆ ਤੇ ਉਸ ਤੋਂ ਬਾਅਦ ਮੈਨੂੰ ਥੋੜਾ ਜਿਹਾ ਦਿਮਾਗ 'ਚ ਐਸਾ ਛੋਟਾ ਬੱਚਾ ਹੁੰਦਾ ਤਾਂ ਉਹਦੇ ਦਿਮਾਗ 'ਚ ਆ ਜਾਂਦਾ ਹੈ ਕਿ ਮੈਂ ਇਸ ਕ੍ਰਾਈਸਿਸ ਤੋਂ ਬਾਹਰ ਆਉਣਾ ਤਾਂ ਮੈਨੂੰ ਪੜ੍ਹਾਈ ਜਿਹੜਾ ਹੈਗਾ ਉਹ ਇੱਕ ਸਾਧਨ ਮਿਲਿਆ ਇੱਕ ਜ਼ਰੀਆ ਮਿਲਿਆ ਕਿ ਜਿਹਦੇ ਥਰੂ ਮੈਂ ਸ਼ਾਇਦ ਥੋੜਾ ਬਾਹਰ ਆ ਸਕਦਾ. ਤਾਂ ਫਿਰ 9th ਸਟੈਂਡਰਡ 'ਚ ਮੈਨੂੰ ਥੋੜਾ ਜਿਹਾ ਸਾਇੰਸ ਕੈਮਿਸਟਰੀ 'ਚ ਥੋੜਾ ਇੰਟਰਸਟ ਹੋਇਆ ਬਟ ਕਿਉਂਕਿ ਬੈਕਗਰਾਉਂਡ ਮੇਰਾ ਥੋੜਾ ਜਿਹਾ ਡਲ ਸੀ ਤਾਂ ਮੈਨੂੰ ਸਟਾਰਟਿੰਗ 'ਚ ਬਹੁਤ ਪ੍ਰੋਬਲਮਸ ਆਈਆਂ ਥੋੜੀ ਡਿਫਿਕਲਟੀ ਆਈ. ਤਾਂ ਫਿਰ ਹੌਲੀ ਮੈਨੂੰ ਕੈਮਿਸਟਰੀ 'ਚ ਇੰਟਰਸਟ ਪੈਂਦਾ ਗਿਆ ਧੀਰੇ ਵਿਦ ਟਾਈਮ. ਬਟ ਐਕਚੁਅਲੀ ਜੋ ਮੇਰਾ ਪੁਰਾਣਾ ਐਕਸਪੀਰੀਅੰਸ ਹੈ ਉਹਦੇ ਤੋਂ ਮੈਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਜੋ ਤੁਹਾਡੀ ਨੌਲੇਜ ਹੈ ਤੇ ਤੁਹਾਡਾ ਇੰਟਰਸਟ ਹੈ ਉਹ ਦੋਨੋਂ ਹਮੇਸ਼ਾ ਪੈਰਲਲ ਚੱਲਦੇ ਹੈ. ਜੋ ਮੇਰਾ ਐਕਸਪੀਰੀਅੰਸ ਹੈ ਜਿੱਦਾਂ ਫੋਰ ਐਗਜ਼ਾਮਪਲ ਅਗਰ ਤੁਹਾਨੂੰ ਕਿਸੇ ਵੀ ਚੀਜ਼ ਦੀ ਨੌਲੇਜ ਹੈ ਤਾਂ ਆਟੋਮੈਟਿਕਲੀ ਤੁਹਾਨੂੰ ਉਹਦੇ 'ਚ ਇੰਟਰਸਟ ਆ ਜਾਏਗਾ ਔਰ ਅਗਰ ਕਿਸੇ ਵੀ ਚੀਜ਼ 'ਚ ਤੁਹਾਡਾ ਇੰਟਰਸਟ ਪੈ ਗਿਆ ਕहीं आफ्टर 9th 10th 11th 12th से मैं ऑब्वियसली साइंस लिया ਤੇ ਨਾਨ ਮੈਡੀਕਲ ਸੀਗਾ ਮੇਰੇ ਕੋਲ ਤੇ ਮੈਨੂੰ ਕੈਮਿਸਟਰੀ 'ਚ ਇੰਟਰਸਟ ਹੋਇਆ ਬਟ ਉਹ ਟਾਈਮ ਉਹ ਇਟ ਵਾਸ 2010 ਜਦੋਂ ਮੈਂ ਆਪਣੀ 12th ਪੂਰੀ ਕੀਤੀ ਤੇ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਜੁਆਇਨ ਕੀਤਾ ਤੇ ਉਸ ਤੋਂ ਬਾਅਦ ਕੀ ਹੋਇਆ ਕਿ ਮੈਂ ਉਹ ਜਿਹੜਾ ਟਾਈਮ ਸੀਗਾ 2010 ਕਾਫੀ ਲੋਕ ਬੀਟੈਕ ਵੱਲ ਬਹੁਤ ਜ਼ਿਆਦਾ ਮੂਵ ਕਰਦੇ ਸੀਗੇ ਤਾਂ ਮੈਂ ਸੋਚਿਆ ਕਿ ਮੈਂ ਬੀਟੈਕ ਨਹੀਂ ਕਰਨੀ ਪਤਾ ਨਹੀਂ ਕਿਉਂ ਰੀਜ਼ਨ ਟੂ ਦੈਟ ਬਟ ਮੈਨੂੰ ਪਤਾ ਨਹੀਂ ਕਿਉਂ ਅੰਦਰੋਂ ਇਦਾਂ ਫੀਲ ਆਇਆ ਕਿ ਮੈਨੂੰ ਬੀਟੈਕ ਨਹੀਂ ਜੁਆਇਨ ਕਰਨੀ ਚਾਹੀਦੀ ਐਂਡ ਦੈਨ ਆਟੋਮੈਟਿਕਲੀ ਮੈਂ ਇੱਧਰ ਉੱਧਰ ਹੋਰ ਹੱਥ ਮਾਰਦਾ ਰਿਹਾ ਮੈਂ ਫਾਰਮੇਸੀ 'ਚ ਬਹੁਤ ਟਰਾਈ ਕੀਤੀ ਤੇ ਉਧਰ ਮੇਰਾ ਇੱਕ ਦੋ ਜਗ੍ਹਾ ਤੇ ਐਡਮਿਸ਼ਨ ਹੋ ਗਿਆ ਸੀਗਾ ਪਰ ਪਤਾ ਨਹੀਂ ਕਿਉਂ ਮੈਂ ਉਹ ਛੱਡਤਾ ਐਂਡ ਦੈਨ ਸਡਨਲੀ ਇੱਕ ਦਿਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਕਾਲ ਆਈ ਇਹ ਤੁਹਾਨੂੰ ਸੁਣ ਕੇ ਬਹੁਤ ਹੈਰਾਨੀ ਹੋਏਗੀ ਕਿ ਮੈਂ ਮੇਰਾ 14th ਵੇਟਿੰਗ ਸੀਗਾ ਐਂਡ ਆਈ ਵਾਸ ਦ ਲਾਸਟ ਵੇਟਿੰਗ ਹੂ ਗॉट ਕਲੀਅਰਡ
ਗੁਰੂ ਨਾਨਕ ਦੇਵ Yeah. ਯੂਨੀਵਰਸਿਟੀ ਦੇ ਵਿੱਚ ਐਂਡ So ਇਟ ਇਜ਼ ਅ मतलब ਗੁੱਡ ਥਿੰਗ ਇਟ ਇਜ਼ ਅ ਗੁੱਡ ਥਿੰਗ ਕਿ ਉਸ ਵੇਟਿੰਗ ਤੋਂ ਬਾਅਦ ਅੱਜ ਅਗਰ ਸਿਰਫ ਮੈਨੂੰ ਹੀ ਇਸ ਇੰਟਰਵਿਊ ਲਈ ਚੂਜ਼ ਕੀਤਾ ਗਿਆ ਇਟਸ ਅ ਵੈਰੀ स्ट्रगलफुल जर्नी फॉर श्योर पर ग्रेजुएशन मेरी अगर हाँ सॉरी no you can speak sir. You continue please. ग्रेजुएशन हाँ ग्रेजुएशन पोस्ट ग्रेजुएशन मेरी बीएससी एमएससी रही है वो ਕਿਉਂਕਿ ਮੈਨੂੰ ਉਦੋਂ ਤੱਕ ਕਾਫੀ ਇੰਟਰਸਟ ਗੇਨ ਹੋ ਚੁੱਕਿਆ ਸੀਗਾ ਕੈਮਿਸਟਰੀ ਦੇ ਵਿੱਚ ਤੇ ਥੋੜਾ ਬਹੁਤ ਕਨਸੈਪਟ ਵੀ ਅੱਛੇ ਹੈਗੇ ਸੀਗੇ ਤਾਂ ਮੈਂ ਫਿਰ ਕੀ ਕਰਦੇ ਕਿ ਬਹੁਤ ਕਲਾਸ ਚ ਕੁਐਸਚਨਸ ਵਗੈਰਾ ਪੁੱਛਦਾ ਹੁੰਦਾ ਸੀਗਾ ਕਲਾਸ ਉਹਦੇ ਕਰਕੇ ਬਹੁਤ ਸਾਰੇ ਟੀਚਰਸ ਬਹੁਤ ਇਰੀਟੇਟ ਫਰਸਟ੍ਰੇਟ ਰਹਿੰਦੇ ਸੀ ਮੇਰੇ ਤੋਂ ਤੇ ਹਾਂ ਇਹ ਸੀਗਾ ਬਟ ਕਿਉਂਕਿ ਆਈ ਵਾਸ ਅ ਡਲ ਸਟੂਡੈਂਟ ਇਨ ਮਾਈ ਸਕੂਲਿੰਗ ਤਾਂ ਮੈਨੂੰ ਚੀਜ਼ਾਂ ਪ੍ਰੈਜ਼ੈਂਟ ਕਰਨ ਲੱਗਿਆ ਥੋੜੀ ਪ੍ਰੋਬਲਮ ਆਈ ਸੀ ਸਟਾਰਟਿੰਗ ਤੇ ਠੀਕ ਹੈ तो ਹੁਣ ਮੈਂ ਆਪਣੇ ਮੋਡਰੇਟਰ ਡਾਕਟਰ ਵੀਨਸ ਨੂੰ ਇੱਕ ਰਿਕੁਐਸਟ ਕਰਦਾ ਕਿ ਉਹ ਪਲੀਜ਼ ਆਪਣੀ ਇੱਕ ਪੀਪੀਟੀ ਸ਼ੇਅਰ ਕਰਨ ਜਿਹੜੀ ਕਿ ਮੈਂ ਬਣਾਈ ਸੀਗੀ ਸੋ ਆਈ ਰਿਕੁਐਸਟ ਦ ਮੋਡਰੇਟਰ ਟੂ ਪਲੀਜ਼ ਸ਼ੇਅਰ ਦ ਸਕਰੀਨ ओके सो पार्टिसिपेंट्स ਜਿਹੜੇ ਥੋੜੇ ਲੇਟ ਜੁਆਇਨ ਕੀਤੇ ਆ ਉਹਨਾਂ ਨੂੰ ਜਾਂ ਆਈਆਈਟੀ ਬੰਬੇ ਦੇ ਪਾਰਟਿਸਿਪੈਂਟਸ ਨੇ ਜਾਂ ਡੀਐਨਡੀਯੂ ਦੇ ਹੋਰ ਡਿਪਾਰਟਮੈਂਟਸ ਦੇ ਪਾਰਟਿਸਿਪੈਂਟਸ ਨੇ तो मैं उन्होंने दसना चाहूँगा आई वुड लाइक टू इन्फॉर्म देम दैट वी हैव स्टार्टेड a simple talk live talk show which is made by the students for the students and of the students and Chemical Society is organizing all these things and so moderator please show the next slide. So this is the second part of our talk show in which we have invited Ashif Narulla. So he is the alumni of the department as told earlier, but I am again repeating this so that everyone should know that. And his major research interest is supramolecular. So we should have a brief about Ashif sir. So please moderator to move to next slide. Okay, so this is a brief introduction about Ashif. He is basically he's basically from Abohar and has completed his BSc honors and MSc honors from chemistry from GNDU. And also he has cleared UGC JRF with All India rank of 37 and has qualified for GATE in the same year. So in present he is at Bioinorganic Laboratory of Dr. Rao at IIT Bombay. And also he applied for a teaching assistant at NPTEL certified course. So I request the moderator to please share the next slide. So what we will be discussing today. So here is a simple reaction which chemistry students like much to discuss. So one side we are having Ashif Narulla from GNDU. He studied BSc honors and MSc honors. And there is an arrow which presents the reaction happened and he went to PhD. It shows a chemist's view of Ashif. So what we will discuss today, his struggle, what hard work you have to put, what's up and down have he faced in his life and patience, etc. So we will discuss the reaction mechanism of this. So welcome to the show, Ashif Narulla, journey from GNDU to IIT. So please switch off the screen. Moderator. So Ashif, this was a brief introduction. I hope you like the PPT. Yeah, correct. It's absolutely very nice, and I could see that जिन्ने भी सारे pieces थे कि वो एकदम proper जगह पे जुड़े हुए हैं इस presentation में बहुत बढ़िया लग गया अपने बारे सब देख के but I think अपन नु ज़्यादा time ये चीज़ें discuss करना चाहिए Ashif, you have completed your graduation in June 2013 and post graduation in 2015 from GNDU. And in Correct. The same year, you have qualified for UGC, JRF, and GATE. Correct. So, how you manage academics and competition side by side? Okay. सब तो पहले जो important चीज़ है please I request all the students ਜਿਹੜੇ ਕਿ ਅਗਰ currently ਹੁਣ MSc ਜਾਂ BSc ਦੇ ਵਿੱਚ ਹੈਗੇ ਆ ਤੇ ਸੋਚਦੇ ਪਏ ਆ competitive exams ਨੂੰ crack ਕਰਨ ਦਾ ਤਾਂ ਜੋ ਮੇਰਾ ਐਕਸਪੀਰੀਅੰਸ ਹੈ ਪਰਸਨਲ ਆਈ ਮਾਈਟ ਬੀ ਰੋਂਗ ਬਟ ਜੋ ਮੇਰਾ ਪਰਸਨਲ ਐਕਸਪੀਰੀਅੰਸ ਹੈ ਮੈਨੂੰ ਨਹੀਂ ਲੱਗਦਾ ਕਿ ਅਕੈਡਮਿਕ ਤੇ ਜੇ ਕੰਪੀਟੀਟਿਵ ਐਗਜ਼ਾਮਸ ਹੈ ਉਹ ਦੋ ਅਲੱਗ-ਅਲੱਗ ਚੀਜ਼ਾਂ ਹੈ ਇਟਸ ਕੰਪਲੀਟਲੀ ਫਾਲਸ
दिस इज अगर अपने दिमाग किसी ने भी अगर ये चीज़ बिठाई हुई है तो प्लीज़ ਉਹਨੂੰ ਕੱਢ ਦਿਓ। ਤੁਹਾਡੀ ਜਿਹੜੀ ਨੈਟ ਦੀ ਪ੍ਰੈਪਰੇਸ਼ਨ ਹੈ ਸਾਰੇ ਮੈਨੂੰ ਨਾਰਮਲੀ ਮੈਨੂੰ ਪੁੱਛਦੇ ਆ ਤਾਂ ਟੂ ਬੀ ਫਰੈਂਕ ਜਦੋਂ ਸਭ ਤੋਂ ਪਹਿਲੇ ਮੇਰਾ ਐਲਐਸ ਕਲੀਅਰ ਹੋਇਆ ਸੀਗਾ ਆਈ ਵਾਸ ਇਨ ਐਮਐਸਸੀ ਫਸਟ ਸਮੈਸਟਰ ਤਾਂ ਮੈਂ ਜਸਟ ਬੀਐਸਸੀ ਕੰਪਲੀਟ ਕੀਤੀ ਸੀ ਤੇ ਜਦੋਂ ਮੇਰਾ ਐਲਐਸ ਕਲੀਅਰ ਹੋਇਆ ਸੀਗਾ ਉਹਦਾ ਰੀਜ਼ਨ ਇਹ ਹੈਗਾ ਕਿ ਸਾਰਿਆਂ ਨੂੰ ਇਦਾਂ ਲੱਗਦਾ ਕਿ ਜੋ ਕੰਪੀਟੀਟਿਵ ਐਗਜ਼ਾਮਸ ਹੈ ਉਹ ਆਪਣਾ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਕੰਪਲੀਟ ਕਰਨ ਤੋਂ ਬਾਅਦ ਫਿਰ ਆਪਾਂ ਕੰਪੀਟੀਟਿਵ ਐਗਜ਼ਾਮ ਦੀ ਪ੍ਰੈਪਰੇਸ਼ਨ ਸਟਾਰਟ ਕਰਾਂਗੇ ਇਹ ਕਰਾਂਗੇ ਬਟ ਇਟ ਇਜ਼ not true at all. ये बिल्कुल गलत है. The day you entered in the university, specifically if you are pursuing for BSc honors school chemistry or some other basic science courses, ਜਿਹਦਾ ਪਹਿਲਾ ਦਿਨ ਤੁਸੀਂ ਜੁਆਇਨ ਕਰਦੇ ਹੋ ਨਾ ਉਸੇ ਦਿਨ ਹੀ ਤੁਹਾਡੇ ਜੋ ਕੰਪੀਟੀਟਿਵ ਐਗਜ਼ਾਮ ਹੈ ਉਹਦੀ ਪ੍ਰੈਪਰੇਸ਼ਨ ਮੇਰੇ ਹਿਸਾਬ ਨਾਲ ਸ਼ੁਰੂ ਹੋ ਜਾਣੀ ਚਾਹੀਦੀ ਹੈ. ਮੈਂ ਇਹ ਨਹੀਂ ਕਹਿੰਦਾ ਕਿ ਤੁਹਾਨੂੰ ਕੁਐਸਚਨਸ ਦੀ ਪ੍ਰੈਕਟਿਸ ਕਰਨੀ ਸਟਾਰਟ ਹੋਣੀ ਚਾਹੀਦੀ ਹੈ ਬਟ ਜੋ ਕਨਸੈਪਟਸ ਹੈ ਉਹ ਬਹੁਤ ਇੰਪੋਰਟੈਂਟ ਹੁੰਦੇ. ਤੁਹਾਡੇ ਕਨਸੈਪਟ ਇੱਕਦਮ ਕ੍ਰਿਸਟਲ ਕਲੀਅਰ ਹੋਣੇ ਚਾਹੀਦੇ ਹੈ. हाँ जो मैं जो फंडा बेसिकली अपनी लाइफ च फॉलो किया मैं सिर्फ यही फंडा फॉलो किया कि जो भी मैं पढ़ता होंदा सी मैं हमेशा ये सोचता सी कि ਜਿਹੜੀ ਵੀ ਬੁੱਕ ਦੀ ਜਿਹੜੀ ਵੀ ਲਾਈਨ ਮੇਰੀ ਅੱਖਾਂ ਦੇ ਥੱਲੋਂ ਲੰਗੀ ਹੈ ਮੈਨੂੰ ਮੈਂ ਪੜਿਆ ਹੈਗਾ ਉਹਦੀ ਮੈਨੂੰ ਸਮਝ ਹੋਣੀ ਚਾਹੀਦੀ ਹੈ. ਮੈਨੂੰ ਯਾਦ ਰਵੇ ਨਾ ਰਵੇ ਉਹ ਬਾਤ ਦੀ ਗੱਲ ਹੈ ਕੋਈ ਪ੍ਰੋਬਲਮ ਨਹੀਂ ਹੈਗੀ. ਫਸਟ ਐਂਡ ਫॉरमोस्ट ਟਾਸਕ ਇਜ਼ ਕਿ ਉਹ ਤੁਹਾਨੂੰ ਸਮਝ ਆਣੀ ਚਾਹੀਦੀ ਹੈ ਕਿ ਜੋ ਆਥਰ ਕਹਿ ਰਿਹਾ ਹੈ ਉਹ ਠੀਕ ਕਹਿ ਰਿਹਾ ਹੈ ਜਾਂ ਗਲਤ ਕਹਿ ਰਿਹਾ ਹੈ ਜਾਂ मैं ये नहीं कह रहा गलत कह रहा है वो ਤੁਹਾਨੂੰ ठीक समझ आ गया या ਤੁਹਾਨੂੰ गलत समझ आया है. ये बहुत इंपॉर्टेंट है एंड समटाइम्स इदा ਹੁੰਦਾ है कि ਤੁਸੀਂ ਅੱਜ ਇੱਕ ਚੀਜ਼ ਪੜ੍ਹਦੇ ਹੋ ਤੁਹਾਨੂੰ ਉਹ ਕੁਝ ਸਮਝ ਆਈ ਹੈ ਅਗਰ ਤੁਸੀਂ ਨੈਕਸਟ ਡੇ ਸੇਮ ਚੀਜ਼ ਪੜ੍ਹੇ ਹੋ ਨਾ ਸਪੈਸੀਫਿਕਲੀ ਅਗਰ ਤੁਸੀਂ ਫੋਰਨ ਉਹਦੇ ਫੋਲੋ ਕਰਦੇ ਹੋ ਤਾਂ ਉਹ ਤੁਹਾਨੂੰ ਕੁਝ ਹੋਰ ਸਮਝ ਆਏਗਾ ਐਂਡ ਯੂ ਸਟਾਰਟ ਇੰਪਰੋਵਾਈਜ਼ਿੰਗ yourself. this is what the ਅਗਰ ਤੁਸੀਂ ਕਿਸੇ ਵੀ ਸਕਸੈਸਫੁਲ ਬੰਦੇ ਨੂੰ ਜਾ ਕੇ ਗੱਲ ਕਰੋ ਉਹ ਕਹਿੰਦਾ ਕਿ you have to be better version of yourself. That's it. So day by day in every way you have to be better and better. Either in terms of academic, in terms of anything. Okay. So Ashif, you have experienced the student at GNDU and experienced the students at IIT. So what is the major difference between the students of GNDU and students of IIT? Okay. To be frank, there's a huge difference. There's absolutely huge difference. The reason is, ਉੱਥੇ ਜੋ ਪਹੁੰਚਣ ਦਾ process ਹੈ ਨਾ that itself is a very rigorous process. Okay, right? Reaction mechanism is very rigorous. Correct. ਜੋ ਉੱਥੇ ਪਹੁੰਚਣ ਦਾ ਜੋ rigorous ਹੈ ਨਾ ਤਾਂ ਇੰਡੀਆ ਦੇ ਜਿੰਨੇ ਵੀ ਸਟੂਡੈਂਟਸ ਉੱਥੇ ਪਹੁੰਚੇ ਹੈਗੇ ਆ ਤਾਂ ਆਬਵੀਅਸਲੀ ਉਹ ਪ੍ਰੋਸੈਸ ਦੇ ਥਰੂ ਹੋ ਕੇ ਆਏ ਆ ਰਾਈਟ. ਜਿਹੜੇ ਸਟੂਡੈਂਟ ਨਹੀਂ ਪਹੁੰਚੇ ਉਹ ਉਸ ਪ੍ਰੋਸੈਸ ਦੇ ਥਰੂ ਹੋ ਕੇ ਨਹੀਂ ਆਏ. ਤਾਂ ਜੋ ਐਕਚੁਅਲੀ ਜੋ ਐਕਸਪੀਰੀਅੰਸ ਹੈ ਜੋ ਤੁਹਾਡੀ ਲਰਨਿੰਗ ਹੈ ਉਹ ਤੁਹਾਨੂੰ ਹਮੇਸ਼ਾ ਜਰਨੀ ਸਿਖਾਉਂਦੀ ਹੈ. ਕਦੇ ਵੀ ਡੈਸਟੀਨੇਸ਼ਨ ਤੁਹਾਨੂੰ ਕੁਝ ਨਹੀਂ ਸਿਖਾਏਗਾ. ਡੈਸਟੀਨੇਸ਼ਨ ਇਜ਼ ਯੂਅਰ ਮਿਸ਼ਨ ਯੂਅਰ ਏਮ you have completed that, you have fulfilled that. but ਜਿਹੜੀ ਜਰਨੀ ਹੈ ਨਾ ਉਹ ਜ਼ਿਆਦਾ ਕੰਮ ਸਿਖਾਉਂਦੀ ਹੈ. ਤਾਂ ਵੰਸ ਸਾਰਿਆਂ ਨੇ ਉਹ ਜਰਨੀ ਕ੍ਰਾਸ ਕਰਕੇ ਆਏ ਹੈਗੇ ਆ ਤਾਂ ਆਬਵੀਅਸਲੀ ਉਹਨਾਂ ਦੀ ਜੋ ਮਿਹਨਤ ਉਹਨਾਂ ਦਾ ਜੋ ਹਾਰਡ ਵਰਕ ਹੈ ਉਹ ਰਿਫਲੈਕਟ ਹੁੰਦਾ ਉਹਨਾਂ ਦੇ ਐਕਸ਼ਨਸ ਦੇ ਵਿੱਚ ਰਾਈਟ. ਤਾਂ ਇਨ ਟਰਮਸ ਆਫ ਦਿਸ ਥਿੰਗ ਬਹੁਤ ਡਿਫਰੈਂਸ ਹੈ ਬਟ ਅਗਰ ਤੁਸੀਂ ਕਹੋ ਕਿ ਇਨ ਟਰਮਸ ਆਫ ਇੰਟੈਲੀਜੈਂਸ ਇਨ ਟਰਮਸ ਆਫ ਮਾਈਂਡ ਇਨ ਟਰਮਸ ਆਫ ਥਿੰਗ then there is no difference. in terms of subject I might consider that yes there is a difference, there is a huge difference, but in terms of knowledge, in terms of intelligence, in terms of mind, then no difference. So Ashif, many students of our department who are on final year of their post graduation, whether of chemistry or honors chemistry, so they are coming to pursue, they're going to pursue their research work, and can you please introduce your research work, that on what types of things you are working or what you are doing research on? Okay, no problem. So basically we start with the supramolecule chemistry. That is what the website of IIT Bombay, where in the current lab where I am right now working, is not updated the topic. We usually update the manuscript and things. We have not updated the work. So I started as a supramolecular chemist there, but slowly with time, थोड़ा ਆਪਾਂ material chemistry ਦੀ तरफ move करते रहे. So basically जो मैं काम करता ਉਹਦੇ 'ਚ ਕੀ ਕਰਦਾ ਕਿ supramolecules कोई भी organic molecules है वो lab synthesize करते हैं and then try to make it a hybrid materials. वो ਜਿਹੜੇ materials है फिर भी use for different applications, like ਆਪਾਂ ਵਾਟਰ ਪਿਊਰੀਫਿਕੇਸ਼ਨ ਤੇ ਕੰਮ ਕਰਦੇ ਹਾਂ, ਆਪਾਂ ਡਰਗ ਡਿਲੀਵਰੀ ਵਹੀਕਲਸ ਜੋ ਹੈਗੇ ਆ ਉਹ ਉਹਦੇ ਬਣਾਉਣ ਤੇ ਕੰਮ ਕਰਦੇ ਹੈਗੇ ਆ, and bio trackers बनाए हैगे कुछ for interact material component. So I think this provides a good knowledge for your research to our students. And now as you know, your friends, your batchmates who are currently pursuing PhD at GNDU may have also joined this session. So do you want to share what
you will do after your PhD? What I will do after my PhD? Yeah, what have Okay. you planned till yet? Okay. So सब तो पहले तो ये है कि मैं अपने टाइम च जो अपनी लैब च रिसर्च जिन्नी भी रिसर्च की है ਉਹਦੇ ਤੋਂ ਮੈਨੂੰ ਇਹ ਸਿੱਖਣ ਨੂੰ ਮਿਲਿਆ ਕਿ ਮੈਂ ਸਾਰੀ ਜ਼ਿੰਦਗੀ ਨਹੀਂ ਕਰਨਾ ਚਾਹੁੰਦਾ ਟੂ ਬੀ ਫਰੈਂਕ ਠੀਕ ਹੈ ਹਾਂ ਤਾਂ ਮੈਂ ਆਪਣਾ ਜਿਹੜਾ ਮੇਰਾ ਜੋ ਇੰਟਰਸਟ ਹੈ ਉਹ ਥੋੜਾ ਜਿਹਾ ਮੈਂ ਡਿਵੀਏਟ ਕਰ ਰਿਹਾ after my PhD I'm not planning for any postdoc and I'm right now in final year तो मैं अप्लाई भी नहीं कर रहा इंडिया तो बाहर postdoc वगैरह ਲਈ कितने मेरा जो इंटरेस्ट है बेसिकली वो एडटेक कंपनीज ਵੱਲ ਜ਼ਿਆਦਾ ਹੈ ਜੋ ਕਾਰਪੋਰੇਟ वर्ल्ड है बिकॉज अगर ਤੁਸੀਂ ਹਿਸਟਰੀ ਖੋਲ ਕੇ ਦੇਖੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਇੱਕ ਟਾਈਮ ਹੁੰਦਾ ਹੈ ਜਿਹਦੇ ਚ ਕਿਸੇ ਪਾਰਟਿਕੂਲਰ ਫੀਲਡ ਦੀ ਐਕਸਪੋਨੈਂਸ਼ੀਅਲ ਗਰੋਥ ਹੁੰਦੀ ਹੈ ਰਾਈਟ तो जो PhD जो पोस्ट डॉक का टाइम है ਉਹਦੇ ਚ yes there are growth number of institutes are growing number of obviously PhD is also growing there is no doubt about it ਪਰ ਮੈਂ ਸਭ ਨੂੰ ਇਹੀ ਸੁਜੈਸਟ ਕਰਾਂਗਾ ਅਗਰ ਤੁਸੀਂ PhD ਕਰਨਾ ਚਾਹੁੰਦੇ ਹੋ ਤਾਂ ਅਗਰ ਤੁਸੀਂ ਸਿਰਫ ਰਿਸਰਚ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ PhD ਕਰਨੀ ਚਾਹੀਦੀ ਅਗਰ ਤੁਸੀਂ ਰਿਸਰਚ ਨਹੀਂ ਕਰਨਾ ਚਾਹੁੰਦੇ ਕਿ ਸਿਰਫ ਤੁਹਾਡੇ ਨਾਮ ਅੱਗੇ ਡਾਕਟਰ ਲੱਗ ਜਾਏਗਾ ਜਾਂ ਜਿਸ ਸਟੇਜ ਦੇ ਉੱਤੇ ਮੈਂ ਸੀਗਾ ਮੈਸੇਜ ਤਾਂ ਮੈਂ ਸੋਚਦਾ ਸੀ ਇੱਕ ਦੋ ਵਾਰੀ ਬਾਹਰ ਇੰਡੀਆ ਤੋਂ ਬਾਹਰ ਜਾਣ ਦਾ ਮੌਕਾ ਮਿਲ ਜਾਏਗਾ ये सब चीज़ां ਆਪਾਂ ਦਿਮਾਗ ਕਰਦੇ ਹਾਂ ਪਰ ਅਗਰ ਮੈਂ ਸਟੂਡੈਂਟਸ ਨੂੰ ਇਹ ਕਹਾਂਗਾ ਕਿ ਅਗਰ ਉਹਨਾਂ ਨੂੰ ਰਿਸਰਚ ਵਿੱਚ ਇੰਟਰਸਟ ਘੱਟ ਹੈ ਤਾਂ there are so many other possibilities there are so many options in the industry you will explore you will get it like ਬਹੁਤ ਸਾਰੀ instrumental companies ਹੈ ਜੋ chemist ਨੂੰ ਹਾਇਰ ਕਰਦੀਆਂ even BSc level ਤੇ MSc level ਤੇ ਇੰਡਸਟਰੀ ਬਹੁਤ ਸਾਰੀ ਇੰਡਸਟਰੀਜ਼ ਹੈ ਉਹ ਹਾਇਰ ਕਰਦੀਆਂ even बहुत सारे कॉर्पोरेट वर्ड है जो IT सॉफ्टवेयर ये सब चीज़ों का मैन्युफैक्चरिंग ये सब करते हैं ਉਹਨਾਂ ਨੂੰ ਵੀ ਕੈਮਿਸਟਰੀ ਬਹੁਤ ਲੋੜ ਹੈਗੀ ਹੈ ਉਹ ਵੀ ਉਹਦੇ ਚ ਵੀ ਬਹੁਤ ਜ਼ਿਆਦਾ ਹੁੰਦਾ ਹੈ ਬਟ ਰਾਈਟ ਨਾਓ ਦ ਐਡਟੈਕ ਕੰਪਨੀ ਇਜ਼ ਵਨ ਆਫ ਦ ਬਿਗੇਸਟ ਫੀਲਡ ਜਿਹਦੇ ਤੇ ਮੈਨੂੰ ਇਦਾਂ ਲੱਗਦਾ ਹੈ ਕਿ ਉਹਦਾ ਐਕਸਪੋਨੈਂਸ਼ੀਅਲ ਗਰੋਥ ਦਾ ਟਾਈਮ ਜਿਹੜਾ ਹੈ ਹੁਣ ਆ ਗਿਆ ਹੈ ਤਾਂ ਐਡਟੈਕ ਕੰਪਨੀਜ਼ ਲਾਈਕ ਫॉर ਐਗਜ਼ਾਮਪਲ ਰਾਈਟ ਨਾਓ ਹੁਣੇ ਅਨ ਅਕੈਡਮੀ ਜਿਹੜੀ ਆ ਬਹੁਤ ਜ਼ਿਆਦਾ ਗਰੋ ਕਰ ਰਹੀ ਹੈ ਬਾਈਜੂਸ ਅਗਰ ਤੁਸੀਂ ਬਾਈਜੂਸ ਦੀ ਗੱਲ ਕਰੋ ਸਭ ਨੇ ਉਹਨੂੰ ਇੰਡੀਆ ਦੀ ਟੀ-ਸ਼ਰਟਸ ਦੇ ਉੱਤੇ ਉਹਨਾਂ ਦੀ ਐਡਵਰਟਾਈਜ਼ਮੈਂਟ ਦੇਖੀ ਹੈ ਬਟ ਉਸ ਤੋਂ ਇਲਾਵਾ ਕੀ ਕਹਿੰਦੇ ਆ ਉਹਨਾਂ ਨੇ ਅੱਜ ਤੋਂ 5 ਸਾਲ 6 ਸਾਲ ਪਹਿਲੇ ਉਹ ਕੰਪਨੀ ਕੁਝ ਵੀ ਨਹੀਂ ਸੀ ਬਟ ਹੁਣ ਉਹਨਾਂ ਦੀ ਟਰਨਓਵਰ ਇਟਸ ਇਨ ਬਿਲੀਅਨਸ ਉਹਨਾਂ ਦੀ ਟਰਨਓਵਰ ਹੈ ਓਕੇ so Ashiv company is one of the good options so this was a formal talk for PhD students MSc students so now come to part of an undergraduate student so ਤੁਸੀਂ IIT JAM ਵਾਸਤੇ ਟਰਾਈ ਕੀਤਾ ਸੀ ਕਿ ਨਹੀਂ ਨਹੀਂ ਮੈਂ IIT JAM ਦਾ ਸੁਪਨਾ ਸੀਗਾ ਤੁਹਾਡਾ ਅਗਰ ਤੇ ਫਿਰ ਤੁਸੀਂ IIT JAM ਵਾਸਤੇ ਟਰਾਈ ਕੀਤਾ ਹੋਣਾ ਨਹੀਂ ਮੈਂ IIT JAM ਲਈ ਟਰਾਈ ਨਹੀਂ ਕੀਤਾ ਸੀਗਾ ਹਾਂ तो बेसिकली सुपना ही IIT ਚ ਜਾਣ ਦਾ MSc ਤੋਂ ਬਾਅਦ ਆਇਆ ਨਹੀਂ ਇਹੋ ਜੀ ਗੱਲ ਨਹੀਂ ਹੈਗੀ ਤੁਸੀਂ ਬਹੁਤ ਜ਼ਿਆਦਾ ਗੜੇ ਮੁਰਦੇ ਜਿਹੜੇ ਉਹ ਖਾੜੀ ਜਾਂਦੇ ਹੋ ਚਲੋ ਕੋਈ ਗੱਲ ਨਹੀਂ ਹਾਂ ਬੇਸਿਕਲੀ ਜਦੋਂ ਮੈਂ IIT JAM ਲਈ ਜਦੋਂ ਸਾਡਾ ਟੈਸਟ ਆਇਆ ਗ੍ਰੈਜੂਏਸ਼ਨ ਤਾਂ ਉਦੋਂ ਐਕਚੁਅਲੀ ਚ ਕੀ ਹੋ ਗਿਆ ਸੀਗਾ ਕਿ ਬਹੁਤ ਸਾਰਾ ਆਲਰੇਡੀ ਮੇਰੇ ਉੱਪਰ ਮੈਂ ਖੁਦ ਨੇ ਪ੍ਰੈਸ਼ਰ ਸੁੱਟ ਲਿਆ ਸੀਗਾ ਕੀ ਪ੍ਰੈਸ਼ਰ ਸੁੱਟ ਲਿਆ ਸੀ ਕਿ ਮੇਰਾ ਕੈਮਿਸਟਰੀ ਕਨਸੈਪਟ ਅੱਛੇ ਹੈ अगर मेरा एग्जाम क्लियर नहीं होगा तो मेरे डिपार्टमेंट की बेइज्जती होगी अच्छा तो दिस इज द रीजन मैं आई अप्रीशिएट कि ਤੁਸੀਂ ਸਾਹਮਣੇ ਨਾਲ ਆਪਣੀ ਇੰਨੀ ਡਿਸਕਸ਼ਨ ਕਰ ਰਹੇ ਹੋ ਆਪਣੇ ਦਿਲ ਦੀ ਗੱਲ ਰੱਖ ਰਹੇ ਹੋ ਵੀ ਆਰ ਹੈਪੀ ਫॉर दैट ਐਂਡ ਉਹਦਾ ਕਰਕੇ ਕੀ ਹੋਇਆ ਕਿ ਜਦੋਂ ਮੇਰਾ ਮੈਂ ਉਸ ਲਈ ਜੈਮ ਦਾ ਐਗਜ਼ਾਮ ਨਹੀਂ ਦਿੱਤਾ ठीक है तो मैंने लोग पूछते थे मैं जस्टिफाई करता मैं जाना ही नहीं आया थी मैं जाना ही नहीं आया थी ਉਹ ਬੈਟਰ ਆਪਸ਼ਨ ਆ ਸੋ ਜਿੱਦਾਂ ਮੈਂ 12th ਤੋਂ ਬਾਅਦ IIT JEE ਜਾਂ ਨੀਟ ਨਹੀਂ ਦਿੱਤਾ ਬਾਅਦ ਚ ਜਵਾਬ ਸੋ ਦਿਸ ਇਜ਼ ਦ ਪੀਅਰ ਪ੍ਰੈਸ਼ਰ ਟਾਈਪ ਆਫ ਥਿੰਗ ਰਾਈਟ ਯੈਸ ਐਂਡ ਉਹ ਜਿਹੜਾ ਪ੍ਰੈਸ਼ਰ ਹੈ ਉਹ ਆਪਾਂ ਹੀ ਆਪਣੇ ਉੱਪਰ ਜਨਰੇਟ ਕਰਦੇ ਹਾਂ ਕੋਈ ਹੋਰ ਦੂਸਰਾ ਨਹੀਂ ਜਨਰੇਟ ਕਰਦਾ ਹਾਂ ਕਿਉਂਕਿ ਕਿਸੇ ਨੂੰ ਕਿਸੇ ਨਾਲ ਫਰਕ ਨਹੀਂ ਪੈ ਰਿਹਾ ਅੱਜ ਕੱਲ ਹਰ ਕੋਈ ਆਪਣੀ ਸਕਸੈਸ ਦੇ ਪਿੱਛੇ ਭੱਜ ਰਿਹਾ ਕਰੈਕਟ ਸੋ ਟੀਚਰ ਦਾ ਰੋਲ ਡਿਪਾਰਟਮੈਂਟ ਦੇ ਵਿੱਚ ਇੱਕ ਬੱਚੇ ਤੇ ਬੜਾ ਇੰਪੈਕਟ ਕਰਦਾ ਕਰੈਕਟ ਸੋ ਤੁਹਾਡਾ ਵੀ GNDU ਦੇ ਵਿੱਚ ਕੋਈ ਏਦਾਂ ਦੇ ਟੀਚਰ ਨਾਲ ਵਧੀਆ ਇੰਟਰੈਕਸ਼ਨ ਸੀ ਜਿਹਨੇ ਤੁਹਾਨੂੰ ਬੜਾ ਇੰਪੈਕਟ ਪਾਇਆ ਤੁਹਾਡੀ ਲਾਈਫ ਤੇ ਵੀ ਹਾਂ ਬਈ ਮੈਂ ਤੇ ਹੁਣ ਕਰਕੇ ਹੀ ਹਟਣਾ ਜਾਂ ਇਹਦੇ ਵਰਗਾ ਬਣ ਕੇ ਹੀ ਹਟਣਾ ਹਾਂ ਇਦਾਂ ਦੇ ਬਹੁਤ ਸਾਰੇ ਟੀਚਰ ਸੀਗੇ
No, जिन्होंने one हाँ हाँ specific. I'll specifically take the name. डिपार्टमेंट इदां दे अपने टीचर्स हैगे जो मोटिवेट करते हैं स्टूडेंट्स ਨੂੰ फॉर देयर हायर स्टडीज ਲਈ मोटिवेट करते हैं या अगर ਤੁਸੀਂ ਕਨਸੈਪਟ ਆਪਣੇ ਬ੍ਰਸ਼ ਕਰ ਰਹੇ ਹੋ ਤੇ ਤੁਸੀਂ ਅਗਰ ਕੁਐਸਚਨਸ ਪੁੱਛਦੇ ਹੋ ਤੁਸੀਂ ਡਾਊਟ ਪੁੱਛਦੇ ਹੋ ਤਾਂ ਨੰਬਰ ਆਫ ਡਾਊਟਸ ਤੁਸੀਂ ਲੈ ਕੇ ਆਓ ਤਾਂ ਉਹ ਡਾਊਟਸ ਕਲੀਅਰ ਕਰਦੇ ਆ ਜਿਹਦੇ ਸਭ ਤੋਂ ਪਹਿਲੇ ਮੈਂ ਨਾਮ ਹੁੰਡਲ ਮੈਡਮ ਦਾ ਨਾਮ ਲਵਾਂਗਾ ਡਾਕਟਰ ਹੁੰਡਲ ਮੈਮ ਉਹਨਾਂ ਨੇ ਮੈਨੂੰ ਬਹੁਤ ਬ੍ਰਸ਼ ਕੀਤਾ ਹੈ in terms of inorganic chemistry ਦੀ ਅਗਰ ਮੈਂ ਗੱਲ ਕਰਾਂ ਤਾਂ ਬਹੁਤ ਬ੍ਰਸ਼ ਕੀਤਾ ਐਂਡ ਤੁਹਾਡਾ ਰਿਸਰਚ ਵਰਕ ਵੀ ਹੁਣ ਇਨਆਰਗੈਨਿਕ ਕੈਮਿਸਟਰੀ ਦੇ ਵਿੱਚ ਹੀ ਆ ਸਰ ਨਹੀਂ ਐਕਚੁਅਲੀ ਚ ਹੁਣ ਅਗਰ ਤੁਸੀਂ ਹੁਣ ਰਾਈਟ ਨਾਓ ਰਿਸਰਚ ਦੀ ਤੁਸੀਂ ਗੱਲ ਕਰੋ ਤਾਂ ਰਿਸਰਚ ਇਜ਼ ਕੰਪਲੀਟਲੀ ਇੰਟਰਡਿਸਪਲਿਨਰੀ it has not restricted the borders of even chemistry. It has not restricted the border of chemistry. I worked in organic synthesis. I worked in doing so many physical experiments. I have worked in the material department where I have gone to so many different instruments and then I worked there. And in terms of inorganic chemistry, yes, so many complexes, so many different salts, so many experiments we have performed. So, तुसी आज दे time पे अगर तुसी yes for your basic knowledge yes जो borders है वो well defined है ਤੇ ਉਹ ਹੋਣੇ ਵੀ ਚਾਹੀਦੇ ਆ ਬਟ ਅਗਰ ਤੁਸੀਂ ਇੱਕ ਵਾਰੀ ਰਿਸਰਚ ਐਂਟਰ ਕਰ ਦਿੰਦੇ ਹੋ ਨਾ ਤਾਂ ਅੱਜ ਦੇ ਟਾਈਮ ਤੇ ਅਗਰ ਤੁਸੀਂ ਰਿਸਰਚ ਦੇ ਵਿੱਚ ਆਪਣੇ ਆਪ ਨੂੰ ਰੈਸਟ੍ਰਿਕਟ ਕਰਦੇ ਹੋ ਇੱਕ ਪਾਰਟਿਕੂਲਰ ਫੀਲਡ ਦੇ ਵਿੱਚ ਤਾਂ ਬਹੁਤ ਜ਼ਿਆਦਾ ਦੇਰ ਪਾਰ ਉਤਾਰਾ ਨਹੀਂ ਹੈਗਾ ਤੇ ਡੁੱਬ ਜਾਣਾ ਹੈ ਸੋ ਬੇਸਿਕਲੀ ਇੱਕ ਡਰਾਈਵਿੰਗ ਫੋਰਸ ਹੁੰਦੀ ਆ ਬੰਦੇ ਨੂੰ ਅੱਗੇ ਲੈ ਕੇ ਜਾਣਾ ਕਿ ਮੈਂ ਤੇ ਹੁਣ ਕਰਕੇ ਦਿਖਾਣਾ ਵਾ ਸਾਰਿਆਂ ਨੂੰ ਇੱਕ ਕਰਕੇ ਦਿਖਾਣ ਵਾਲੀ ਹੁੰਦੀ ਉਹ ਕਰਕੇ ਦਿਖਾਣ ਵਾਸਤੇ ਨਾ ਇੱਕ ਐਕਸਟਰਨਲ ਮੋਟੀਵੇਸ਼ਨ ਇੱਕ ਐਕਸਟਰਨਲ ਪੁਸ਼ ਚਾਹੀਦੀ ਆ ਤੁਹਾਡੀ ਲਾਈਫ ਦੇ ਵਿੱਚ ਉਹ ਪੁਸ਼ ਕਿੰਨੇ ਦਿੱਤੀ ਤੁਹਾਨੂੰ ਅੱਛਾ ਬੇਸਿਕਲੀ ਤਾਂ ਕਿਹਾ ਜਾਂਦਾ ਹੈ ਐਵਰੀ ਸਕਸੈਸਫੁਲ ਹਰੇਕ ਇੱਕ ਸਕਸੈਸਫੁਲ ਆਦਮੀ ਦੇ ਪਿੱਛੇ ਇੱਕ ਲੜਕੀ ਦਾ ਹੱਥ ਹੁੰਦਾ ਬਟ ਤੁਹਾਡਾ ਫੇਸਬੁੱਕ ਸਟੇਟਸ ਦੱਸ ਰਿਹਾ ਵੀ ਯੂ ਆਰ ਸਿੰਗਲ ਓਕੇ so there may be any other reason so what is that reason we would like to know Facebook ਦਾ ਸਟੇਟਸ ਹੈਗਾ ਇਹ ਜੋ ਇਨਫੋਰਮੇਸ਼ਨ ਤੁਹਾਨੂੰ ਦੇ ਰਿਹਾ ਹੈ ਇਹ ਹੋ ਸਕਦਾ ਹੈ ਕਿ ਮੈਨੂੰ ਫੇਸਬੁੱਕ 'ਚ ਇੰਟਰਸਟ ਨਾ ਹੋਵੇ ਇੰਨਾ ਜ਼ਿਆਦਾ ਤੇ ਮੈਂ ਯੂਜੂਅਲੀ ਅਪਡੇਟ ਨਾ ਕਰਦਾ ਹਾਂ ਓਕੇ ਸੋ ਹਾਂ ਸੋ ਵੀ ਸਮਝ ਗਿਆ ਮਤਲਬ ਕਿ ਇੱਕ ਪੁਸ਼ ਉਧਰੋਂ ਹੀ ਮਿਲੀ ਹੈ ਸੋ ਠੀਕ ਹੈ ਵਧੀਆ this is not right this is not completely right yes partially it is right actually I am engaged so congratulations for that also so ਤੇ ਕੀ ਡਿਸਾਈਡ ਹੋਣੀ ਬਟ ਇਸ ਤੋਂ ਇਲਾਵਾ ਅਗਰ ਤੁਸੀਂ ਕਹੋ ਕਿ ਪੂਰਾ ਦਾ ਪੂਰਾ ਕ੍ਰੈਡਿਟ ਅਗਰ ਆਪਾਂ ਕਿਸੇ ਇੱਕ ਬੰਦੇ ਨੂੰ ਦੇ ਸਕਦੇ ਹਾਂ ਦੈਟ ਇਜ਼ ਨਾਟ ਰਾਈਟ ਮੇਰੇ ਪੈਰੈਂਟਸ ਮੇਰੀ ਫੈਮਿਲੀ ਇਹਨਾਂ ਸਭ ਨੇ ਮੈਨੂੰ ਬਹੁਤ ਸਪੋਰਟ ਕੀਤਾ ਹੈ ਇਨ ਟਰਮਸ ਆਫ ਐਵਰੀਥਿੰਗ ਯੈਸ ਸੋ ਤੁਸੀਂ ਇੱਕ ਹੁਣ ਆਪਣਾ ਲਾਕਡਾਊਨ ਦਾ ਟਾਈਮ ਚੱਲ ਰਿਹਾ ਬੜਾ ਔਖੀ ਘੜੀ ਚੱਲ ਰਹੀ ਹੈ ਆਪਣੀ ਯੂਨੀਵਰਸਿਟੀ ਤੇ ਡਿਪਾਰਟਮੈਂਟ ਤੇ ਵਰਲਡ ਤੇ ਪੰਜਾਬ ਤੇ so basically you were teaching assistant of an NPTEL certified course with Dr. C.P. Kao. Correct. So please put some light on NPTEL and how we can be benefited from that in this talk. Okay. So ਹੁਣੇ ਥੋੜੀ ਦੇਰ ਪਹਿਲੇ ਤੁਸੀਂ ਮੇਰੇ ਤੋਂ ਕੁਐਸਚਨ ਪੁੱਛਿਆ ਜਿਹਦੇ 'ਚ ਤੁਸੀਂ ਕਿਹਾ ਸੀਗਾ ਕਿ ਕਿਹੜੀ ਕੰਪਨੀਜ਼ ਜਿਹੜੀਆਂ ਹੈਗੀਆਂ ਕਿਹੜਾ ਤੁਸੀਂ ਗਾਈਡ ਕਰਨਾ ਚਾਹੋਗੇ ਜੋ ਕਰੰਟ PhD ਸਕੋਲਰਸ ਹੈ ਜੋ ਹੈਗੇ ਆ ਸੋ ਬੇਸਿਕਲੀ ਮੈਂ ਤੁਹਾਨੂੰ ਕਿਹਾ ਕਿ ਐਡਟੈਕ ਕੰਪਨੀ ਜੋ ਹੈ ਉਹਦੇ 'ਚ ਹੁਣ ਟਾਈਮ ਜੋ ਹੈ ਬਹੁਤ ਕੀ ਕਹਿੰਦੇ ਆ ਇਨਵੈਸਟ ਕਰਨਾ ਚਾਹੀਦਾ ਆਪਾਂ ਨੂੰ ਤਾਂ ਉਵੇਂ ਹੀ NPTEL ਇੱਕ ਬੇਸਿਕਲੀ ਇੱਕ ਪ੍ਰੋਗਰਾਮ ਹੈਗਾ ਦੈਟ ਇਜ਼ ਅ ਨੈਸ਼ਨਲ ਪ੍ਰੋਗਰਾਮ ਔਨ ਟੈਕਨੋਲੋਜੀ ਇਨਹਾਂਸਡ ਲਰਨਿੰਗ ਤਾਂ ਉਹਦੇ 'ਚ ਕੀ ਹੈ ਕਿ IISc ਤੇ ਕਾਫੀ ਸਾਰੇ IIT ਜਿਹਦੇ 'ਚ IIT ਦਿੱਲੀ IIT ਬੰਬੇ IIT ਮੈਡਰਾਸ IIT ਕਾਨਪੁਰ ਇਹ ਸਭ ਹੈਗੇ IISc ਬੈਂਗਲੌਰ ਇਜ਼ ਆਲਸੋ ਦ ਪਾਰਟ ਆਫ ਦੈਟ ਤੇ ਉਹਦੇ 'ਚ ਬੇਸਿਕਲੀ ਉਹ ਕੀ ਕਰਦੇ ਕਿ ਜਿੰਨੇ ਵੀ ਕਾਫੀ ਸਾਰੇ ਪ੍ਰੋਫੈਸਰ ਜਿਹੜੇ ਹੈਗੇ ਆ ਉਹ ਆਪਣੀਆਂ ਜੋ ਵੀਡੀਓ ਲੈਕਚਰਸ ਹੈ ਉਹਨੂੰ ਰਿਕਾਰਡ ਕਰਦੇ ਆ ਠੀਕ ਹੈ ਕਿਉਂਕਿ ਹੁਣ ਇਸ ਟਾਈਮ ਤੇ ਫਿਜ਼ੀਕਲੀ ਇਟ ਇਜ਼ ਨਾਟ ਪੋਸੀਬਲ ਕਿ IIT ਦੇ ਪ੍ਰੋਫੈਸਰ ਜੋ ਹੈ ਉਹ ਕੀ ਕਹਿੰਦੇ ਆ ਕਿ IIT ਦੇ ਜੋ ਪ੍ਰੋਫੈਸਰਸ ਹੈ ਜੋ ਇੱਕ ਬੱਚੇ ਨੂੰ ਪੜ੍ਹਾ ਸਕਣ ਰਾਈਟ ਪਰ ਓਬਵੀਅਸਲੀ ਕਿਉਂਕਿ ਹੁਣ ਆਪਣਾ ਕੰਟਰੀ ਚਾਹੁੰਦਾ ਹੈ ਕਿ ਆਪਾਂ ਇਹ ਸਭ ਚੀਜ਼ਾਂ ਤੇ ਗਰੋਥ ਹੋਣੀ ਚਾਹੀਦੀ ਹੈ ਤਾਂ ਉਹਦੇ ਲਈ ਜਿਹੜੇ ਇਸ ਲਈ ਉਹਨਾਂ ਨੇ ਕੀ ਕੀਤਾ ਇੱਕ ਵਰਚੁਅਲ ਪ੍ਰੈਜ਼ੈਂਸ ਜਿਹੜੀ ਹੈਗੀ IIT ਦੇ ਪ੍ਰੋਫੈਸਰ ਦੀ ਹੈ ਉਹ ਤੁਹਾਡੇ ਘਰ ਦੇ ਵਿੱਚ ਲੈ ਆਏ ਹੈਗੇ ਆ ਕਰੰਟਲੀ ਤਾਂ ਇਹਦੇ ਚ ਬੇਸਿਕਲੀ ਕੀ ਹੈ ਮੇਰੇ ਸਰ ਨੇ ਆਪਣਾ ਇੱਕ ਕੋਰਸ ਸਟਾਰਟ ਕੀਤਾ ਦੈਟ ਇਜ਼ ਦ ਇਨਆਰਗੈਨਿਕ ਕੈਮਿਸਟਰੀ ਆਫ ਲਾਈਫ ਪ੍ਰਿੰਸੀਪਲਸ ਐਂਡ ਪਰਸਪੈਕਟਿਵ ਉਹਦੇ ਚ ਕੀ ਹੈਗਾ ਕਿ ਜੋ ਇਨਆਰਗੈਨਿਕ ਕੈਮਿਸਟਰੀ ਦਾ ਰੋਲ ਹੈ ਆਪਣੀ ਲਾਈਫ ਚ ਬੇਸਿਕਲੀ ਇਟਸ ਅ ਬਾਇਓ ਇਨਆਰਗੈਨਿਕ ਕੈਮਿਸਟਰੀ ਕੋਰਸ ਠੀਕ ਹੈ ਹਾਂ ਤਾਂ ਉਹਦੇ ਚ ਕੀ ਸੀਗਾ ਕਿ
ਮੈਨੂੰ ਮੌਕਾ ਮਿਲਿਆ ਕਿ ਮੈਂ ਐਜ਼ ਅ ਟੀਚਿੰਗ ਅਸਿਸਟੈਂਟ ਉਹਦੇ 'ਚ ਕੰਮ ਕਰਾਂ। ਓਬਵੀਅਸਲੀ ਉਹਨਾਂ ਨੇ ਫਾਈਨੈਂਸ਼ੀਅਲੀ ਵੀ ਮੈਨੂੰ ਕੁਝ ਰੈਮੂਨਰੇਸ਼ਨ ਦਿੱਤਾ ਸੀਗਾ, ਤੇ ਇਸ ਲਈ ਵੀ ਮੈਂ ਜੁਆਇਨ ਕੀਤਾ। ਬਟ ਉਸ ਤੋਂ ਇਲਾਵਾ ਕੀ ਕਹਿੰਦੇ ਆ, ਉਸ ਤੋਂ ਇਲਾਵਾ ਉਹ ਜਿਹੜਾ ਪਲੇਟਫਾਰਮ ਸੀਗਾ, ਉਹ ਜੋ ਐਕਸਪੀਰੀਅੰਸ ਸੀਗਾ ਨਾ, ਉਹਨੇ ਮੈਨੂੰ ਸਿਖਾਇਆ ਕਿ ਜਿਹੜੀ ਵਰਚੁਅਲ ਨੌਲੇਜ ਹੈਗੀ ਹੈ, ਵਰਚੁਅਲ ਨੌਲੇਜ ਇਨ ਟਰਮਸ ਆਫ ਟੈਕਨੋਲੋਜੀਕਲ ਨੌਲੇਜ, ਤੁਹਾਡੀ ਸਕਰੀਨ ਦੇ ਉੱਤੇ ਜੋ ਨੌਲੇਜ ਆ ਰਹੀ ਹੈ, ਉਹ ਵੀ ਕਿੱਦਾਂ ਤੇ ਕਿੰਨੇ ਵਧੀਆ ਤਰੀਕੇ ਨਾਲ ਡਿਲੀਵਰ ਕਰ ਸਕਦੇ ਹਾਂ। ਸੋ ਉਹਦੇ 'ਚ ਮੈਂ ਸਰ ਦੀਆਂ ਸਲਾਈਡਸ ਪ੍ਰਿਪੇਅਰ ਕਰਦਾ ਸੀ, ਸਰ ਦੀ ਜੋ ਵੀਡੀਓਜ਼ ਜੋ ਆਪਾਂ ਰਿਕਾਰਡ ਕੀਤੀ ਸੀਗਾ, ਤਾਂ ਮੈਂ ਸਟੂਡੀਓ 'ਚ ਸਰ ਨਾਲ ਜਾਂਦਾ ਸੀਗਾ ਜਿੱਥੇ ਰਿਕਾਰਡ ਹੁੰਦੀ ਸੀ ਵੀਡੀਓਜ਼, ਐਂਡ ਦੈਨ ਆਪਾਂ ਉਹਦਾ ਐਡੀਟਿੰਗ ਪਾਰਟ ਦੇਖਦੇ ਹੁੰਦੇ ਸੀਗੇ। ਤੇ ਉਸ ਤੋਂ ਇਲਾਵਾ ਸਟੂਡੈਂਟਸ ਨੂੰ ਅਸਾਈਨਮੈਂਟਸ ਹੁੰਦੀਆਂ ਸੀ ਕਿਉਂਕਿ ਪ੍ਰੋਫੈਸਰ ਇੰਨਾ ਜ਼ਿਆਦਾ ਉਹ ਕੀ ਕਹਿੰਦੇ ਉਹਨਾਂ ਦੇ ਟਾਈਮ ਕੰਸਟ੍ਰੇਂਟ ਕਰਕੇ, ਅਦਰ ਸ਼ਡਿਊਲ ਕਰਕੇ ਅਸਾਈਨਮੈਂਟਸ ਤੇ ਇਹਨਾਂ ਸਭ ਚੀਜ਼ਾਂ ਤੇ ਜੋ ਹੈ ਉਹ ਟੀਚਿੰਗ ਅਸਿਸਟੈਂਟ ਕੰਮ ਕਰਦਾ ਸੀਗਾ। ਤਾਂ ਉਹਦੇ ਥਰੂ ਮੈਂ ਇਹ ਸਭ ਕੰਮ ਕੀਤਾ ਹੈ। तो मतलब कि NPTEL ਦੇ ਕਰੰਟਲੀ ਬਹੁਤ ਸਾਰੇ NPTEL ਦੇ ਕੋਰਸਿਸ ਹੈਗੇ ਆ, ਦੈਟ ਦ ਵੀਡੀਓਜ਼ ਆਰ ਅਵੇਲੇਬਲ YouTube। ਤੁਸੀਂ ਅਗਰ ਰਜਿਸਟਰ ਕਰਨਾ ਚਾਹੋ ਤਾਂ ਰਜਿਸਟਰ ਕਰ ਸਕਦੇ ਹੋ। ਅਗਰ ਰਜਿਸਟਰ ਨਹੀਂ ਕਰਨਾ ਚਾਹੁੰਦੇ, ਸਿਰਫ ਨੌਲੇਜ ਲਈ ਤੁਸੀਂ ਦੇਖਣਾ ਚਾਹੁੰਦੇ ਹੋ, ਤਾਂ YouTube ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ number of videos are available currently। ਸੋ ਹੁਣ ਥੋੜਾ ਆਪਣੇ ਫਾਰਮਲ ਜੇ ਟੌਪਿਕ ਤੋਂ ਪਰਾਂ ਜਾ ਕੇ ਸਾਡੇ ਐਕਸਪੀਰੀਅੰਸਸ ਦੇ ਬਾਰੇ ਗੱਲ ਕਰਦੇ ਹਾਂ। ਸੋ ਮੈਂ ਮੋਡਰੇਟਰ ਨੂੰ ਰਿਕਵੈਸਟ ਕਰਦਾ ਕਿ ਉਹ 6th ਸਲਾਈਡ ਆਫ ਮਾਈ PPT, they should open the 6th slide, which we will share some memories of Narullah on at GNDU. So I request the moderator, please open the 6th slide. So my participants, you can see the arrow, how Ashif is looking at GNDU, and now you can see him live. So Ashif, ਤੁਸੀਂ ਇਸ ਇਮੇਜ ਬਾਰੇ ਕੁਝ ਦੱਸੋ। ਇੱਕ ਕਦੋਂ ਦੀ ਇਮੇਜ ਹੈ? ਸੰਗਤ ਹਾਲ ਲੱਗ ਰਿਹਾ ਤੇ ਮੈਨੂੰ ਲੱਗਦਾ ਵੀ ਸਾਲਾਂ ਤੋਂ ਪ੍ਰਥਾ ਚੱਲਦੀ ਆ ਰਹੀ ਆ ਕਿ ਫਰੈਸ਼ਰ ਜਾਂ ਫੇਅਰਵੈਲ ਹੀ ਹੋਣੀ ਆ ਸੰਗਤ ਹਾਲ ਦੇ ਵਿੱਚ। ਅੱਜ ਵੀ ਸੰਗਤ ਹਾਲ ਦੇ ਵਿੱਚ ਹੀ ਫਰੈਸ਼ਰ ਤੇ ਫੇਅਰਵੈਲ ਹੁੰਦੀ ਹੈ। ਨਹੀਂ, ਮੈਂ ਤੁਹਾਨੂੰ ਕਰੈਕਟ ਕਰਾਂਗਾ, ਇਹ ਜੋ ਆਈ ਥਿੰਕ ਇਟਸ ਅ ਫਸਟ ਫਰੈਸ਼ਰ, ਫਸਟ ਫਰੈਸ਼ਰ ਹੈਗੀ ਹੈ ਇਹ ਗੁਰੂ ਨਾਨਕ ਭਵਨ ਚ ਹੋਈ ਸੀ। So there is Manish Pai sitting with you, na, right? So he's currently PhD scholar at GNDU. Correct. अपने moderator ਦੇ scholar ਵੀ ਉਹ ਪਿੱਛੇ ਖੜੇ ਆ। So this is basically your batch. Some are at GNDU, some are at IIT. Correct. ਮੈਨੂੰ ਬਹੁਤ ਐਦਾਂ ਨੋਸਟੈਲਜੀਆ ਹੋਣ ਲੱਗਿਆ ਫੋਟੋ ਦੇਖ ਕੇ। ਬਹੁਤ ਨੋਸਟੈਲਜਿਕ ਫੀਲਿੰਗ ਆ ਰਹੀ ਹੈ। ਇਹ ਐਕਚੁਅਲੀ ਫਸਟ ਫਰੈਸ਼ਰ ਦੀ ਫੋਟੋ ਹੈਗੀ ਹੈ ਸਾਡੇ ਸਾਰੇ ਬੈਚ ਦੇ, ਸਪੈਸ਼ਲੀ ਮਨੀਸ਼, ਹਰਵਿੰਦਰ, ਲਵਪ੍ਰੀਤ, ਗੁਰਪ੍ਰੀਤ, ਅਮਨ ਐਂਡ ਓਬਵੀਅਸਲੀ ਸ਼ਿਵਾਨੀ, ਜੈਸਮੀਨ, ਰੁਚਿਕਾ। ਇਹ ਮੇਰੇ ਵਧੀਆ ਫਰੈਂਡ ਰਹੇ ਹੈਗੇ ਆ ਤੇ ਕਰੰਟਲੀ ਵੀ ਹੁਣ ਕਈਆਂ ਦੇ ਮੈਂ ਟੱਚ 'ਚ ਹੈਗਾ। ਪਰ ਮਨੀਸ਼ ਇਜ਼ you can say ki one of the interesting DNA of our one of the interesting DNA। ਸੋ ਸਭ ਤੋਂ ਐਕਟਿਵ PhD ਸਟੂਡੈਂਟ ਵੀ ਆਪਣੇ ਡਿਪਾਰਟਮੈਂਟ ਦੇ ਵਿੱਚ ਮਨੀਸ਼ ਭਾਜੀ ਹੈ। ਸੋ ਹੀ ਇਜ਼ ਅ ਵੈਰੀ ਰਿਸਪੈਕਟਫੁਲ ਸਟੂਡੈਂਟ, ਬੜੀ ਰਿਸਪੈਕਟ ਕਰਦੇ ਉਹਨਾਂ ਦੀ। ਸੋ ਪਲੀਜ਼ ਮਤਲਬ ਕਿ ਤੁਹਾਡੀ ਸੋਸ਼ਲ ਲਾਈਫ ਦੇ ਉੱਤੇ ਕੀ ਇੰਪੈਕਟ ਪਿਆ ਤੁਹਾਡੇ IIT ਦੇ ਵਿੱਚ? ਮਤਲਬ ਕਿ ਹੁਣ ਤਾਂ ਹਾਂਜੀ, ਹੁਣ ਆਪਾਂ ਸਾਰਿਆਂ ਨਾਲ ਜਿਹੜੇ ਇੱਥੇ ਵਿੱਚ ਤੁਹਾਨੂੰ ਦੇਖ ਰਹੇ, ਮੈਨੂੰ ਪਰਸਨਲੀ ਲੱਗਦਾ ਵੀ ਟਾਈਮ ਨਹੀਂ ਮਿਲਦਾ ਹੁਣ ਇਹਨਾਂ ਨਾਲ ਕੰਟੈਕਟ ਕਰਨ ਦਾ ਸਾਰਾ। ਨਹੀਂ, ਐਵੇਂ ਦੀ ਗੱਲ ਨਹੀਂ ਹੈਗੀ। ਹਰਵਿੰਦਰ, ਮਨੀਸ਼ ਤੇ ਮੈਂ ਕਾਂਸਟੈਂਟ ਟੱਚ 'ਚ ਹਾਂ, ਕਾਫੀ ਕਾਂਸਟੈਂਟ। ਸ਼ਿਵਾਨੀ, ਇਹਦੇ ਨਾਲ ਵੀ ਮੈਂ ਕਾਂਸਟੈਂਟ ਟੱਚ 'ਚ ਹੀ ਹੈਗਾ ਕਾਫੀ ਟਾਈਮ ਤੋਂ। ਪੂਜਾ ਵੱਤਾ, ਇਹਦੇ ਨਾਲ ਵੀ ਮੈਂ ਕਾਂਸਟੈਂਟ ਟੱਚ 'ਚ ਹਾਂ ਹੁਣ ਐਟ ਪ੍ਰੈਜ਼ੈਂਟ। ਕਰੈਕਟ ਯੈਸ। लवप्रीत, yes। हाँ जी, लवप्रीत सर। करेक्ट। हाँ, बानी is there। हाँ, भारवी is there सर, भारवी। हाँ जी सर, मैं हाँ सर, भारवी is also there। हाँ जी सर, हाँ जी हाँ, करेक्ट। हाँ जी अनुप्रीत सर। हाँ, या तो बेसिकली ਅਸੀਂ ਜਦੋਂ ਅਸੀਂ ਆਪਣੇ ਅਸੀਂ ਦੇਖਦੇ ਹਾਂ ਡਿਪਾਰਟਮੈਂਟ ਦੇ ਵਿੱਚ technical problem है।
Can you just hold for a minute? I think there is some technical problem. Yatin is going to reconnect. Yeah. Oh, he's a grown-up kid now. uh, Oh, sorry, it was the connection problem. yeah, Yatin. Yeah. So, बिना सर मैं एक रिक्वेस्ट करता हूँ अगली स्लाइड दिखावे 7th स्लाइड दिखाऊं पीपीटी ओके सो होली सेलिब्रेशन ਤੇ ਡੀਐਨਡੀਯੂ ਦੀ ਬੜੀ ਮਸ਼ਹੂਰ ਆ ਸੋ ਇਹਦੇ ਵਿੱਚ ਆਪਾਂ ਦੇਖ ਸਕਦੇ ਹਾਂ ਆਸ਼ਿਫ ਨੂੰ ਪੂਰੀ ਮਸਤੀ ਕਰਦੇ ਹੋਏ तो आशिफ की कहना चाहोगे इस बारे ये भी बहुत अर्ली होलीज मैंने लगती है आई थिंक प्रोबेबली इन सेकंड ईयर और थर्ड ईयर ऑफ पीएचडी because I could able to recognize that girl. I think she's Gurkirat or Jaskirat. I completely forgot her name. That who is sitting. That girl is Jaskirat or Gurkirat. Actually, I forgot the name. So she was her junior, and so that's why I could able to select that it's BSc second year or third year of only. Yes, obviously the departmental event now. I know because of Venus, there are so many different extracurricular activities are happening in the department. It's really a great time you people are currently studying there. I wish I could also study at this time, but yes, obviously the time will not wait for anyone. Okay, we will ask Dr. Venus to please have a postdoc position in the department in his lab, so we will welcome you there. Yeah, am I right, Dr. Venus sir? I would be. No, miss. Okay, so the reaction is irreversible now, right? From DND to IIT Bombay. No, it's not like that. It's not like that. It's not. Actually, recently I visited this Guru Nanak Dev University campus for this conference with this Asianship Dr. Manoj. Yes, Asianship. Yes. Yeah, Dr. Manoj has. And for that particular conference, I think I put lot of efforts to make my to look my poster very pretty and obviously so much informative. But I could not able to get the best poster award there. तो बेस्ट पोस्टर अवार्ड की गल करिए ते मैं अपने पार्टिसिपेंट्स को दसना चाहूंगा भी आशिफ ने इंडिया ਨੂੰ ਰਿਪਰੈਜ਼ੈਂਟ ਕੀਤਾ ਸੀ ਫਰਾਂਸ ਦੀ ਇੰਟਰਨੈਸ਼ਨਲ ਕਾਨਫਰੰਸ ਦੇ ਵਿੱਚ ਤੇ ਉੱਥੇ ਇਹਨਾਂ ਨੂੰ ਬੈਸਟ ਪੋਸਟਰ ਅਵਾਰਡ ਮਿਲਿਆ ਸੀ ਸੋ ਏ ਬਿਗ ਰਾਉਂਡ ਆਫ ਅਪਲੌਜ਼ ਫਰਮ ਹਿਮ ਸੋ ਡਾਕਟਰ ਵੀਨਸ ਪਲੀਜ਼ ਕਿਸੇ ਦਾ ਮਾਈਕ ਨਾ ਔਨ ਕਰਨ ਇਦਾਂ ਹੀ ਅਪਲੌਜ਼ ਕਰਨ ਦੇ ਸਾਰਿਆਂ ਨੂੰ ਆਈ ਹੋਪ ਨਹੀਂ ਤਾਂ ਇੱਥੇ ਕੁਝ ਹੋਰ ਹੀ ਹੋ ਸਕਦਾ ਵਾ ਸੋ पीपीटी तक क्लोज करती है पीपीटी क्लोज ही करन दा मैं कहना सी तो नेक्स्ट भी मैं ਤੁਹਾਡੇ ਕੋ ਆਪਣੇ ਕੋਲ ਥੋੜਾ ਟਾਈਮ ਰਹਿ ਗਿਆ ਵਾ तो ਆਪਾਂ ਮੈਂ ਤੁਹਾਨੂੰ ਕਹਿਣਾ ਵੀ ਆਪਣੀ ਬੀਐਸਸੀ ਤੋਂ ਲੈ ਕੇ ਆਈਆਈਟੀ ਬੰਬੇ ਤੱਕ ਦੀ ਜਰਨੀ ਜੇ ਤੁਸੀਂ ਫਿਊ ਲਾਈਨਸ ਦੇ ਵਿੱਚ ਸਮ ਅਪ ਕਰਨਾ ਚਾਹੋ ਤੇ ਕਿੱਦਾਂ ਕਰੋ ਐਕਚੁਅਲੀ ਜਦ पोस्ट ग्रेजुएशन के टाइम रिकलैक्ट करना सब तो पहले अगर मेरे दिमाग से किसी का नाम आता है वो मनीष का नाम आता है बिकॉज मैनू लगता कि वो एक वो ਇਹੋ ਜਿਹਾ ਬੰਦਾ ਹੈ ਜੋ ਕੀ ਕਹਿੰਦੇ ਆ ਸਮਾਰਟ ਵਰਕ ਕਰਦਾ ਹਾਰਡ ਵਰਕ ਨਹੀਂ ਕਰਦਾ ਅਗਰ ਤੁਸੀਂ ਦੇਖੋ ਮੈਂ ਅਗਰ ਆਪਣੀ ਕਲਾਸ ਦੀ ਗੱਲ ਕਰਾਂ ਤਾਂ ਉਹ ਐਗਜ਼ਾਮ ਤੋਂ ਮੇਰਾ ਜੋ ਬੇਸਿਕਲੀ ਫੰਡਾ ਸੀਗਾ ਮੈਨੂੰ ਜੋ ਵੀ ਕਲਾਸ 'ਚ ਪੜਾਇਆ ਜਾਂਦਾ ਸੀਗਾ ਮੈਂ ਸ਼ਾਮ ਨੂੰ ਆ ਕੇ ਉਹ ਉਸੇ ਬੁੱਕ 'ਚੋਂ ਪੜ੍ਹਨਾ ਹੀ ਪੜ੍ਹਨਾ ਹੈ ਜਿੱਧਰੋਂ ਕਿਸੇ ਵੀ ਪ੍ਰੋਫੈਸਰ ਨੇ ਪੜਾਇਆ ਹੁੰਦਾ ਸੀਗਾ ਮੇਰਾ ਇਹ ਫੰਡਾ ਮਤਲਬ ਕਾਫੀ ਕੰਸਿਸਟੈਂਟ ਰਿਹਾ ਹੈਗਾ ਤੇ ਅੱਜ ਵੀ ਮੈਂ ਇਹੀ ਚੀਜ਼ ਫੋਲੋ ਕਰਨ ਦੀ ਕੋਸ਼ਿਸ਼ ਕਰਦਾ ਕਿ ਅਗਰ ਕੋਈ ਵੀ ਮੇਰੇ ਦਿਮਾਗ 'ਚ ਕੁਝ ਚੀਜ਼ ਆਉਂਦੀ ਹੈ ਤਾਂ ਮੈਂ ਕੋਸ਼ਿਸ਼ ਕਰਦਾ ਕਿ ਉਹਨੂੰ ਅੱਜ ਹੀ ਪੜ੍ਹ ਲਓ ਤਾਂ ਮਨੀਸ਼ ਜਿਹੜਾ ਸੀਗਾ ਉਹਨੇ ਮੈਨੂੰ ਜਦੋਂ ਵੀ ਸਾਡੇ ਮਾਈਨਰਸ ਆਣੇ ਮੇਜਰਸ ਆਣੇ ਤਾਂ ਮੈਨੂੰ ਹਮੇਸ਼ਾ ਉਹਦਾ ਫੋਨ ਆਉਂਦਾ ਹੁੰਦਾ ਸੀ ਤੇ ਉਹ ਮੈਨੂੰ ਕਹਿੰਦਾ ਸੀ ਅਸ਼ਿਵ ਸਿਲੇਬਸ ਕਰ ਲਿਆ ਜੇ ਮੈਂ ਕਹਿੰਦਾ ਸੀ ਹਾਂ ਕਰ ਲਿਆ ਤਾਂ ਉਹ ਕਹਿੰਦਾ ਸੀ ਮੈਨੂੰ ਵੀ ਕਰਾ ਦੇ ਜੇ ਮੈਂ ਕਹਿੰਦਾ ਸੀ ਕਿ ਨਹੀਂ ਕੀਤਾ ਤਾਂ ਮੈਨੂੰ ਕਹਿੰਦਾ ਸੀ ਫਿਰ ਇਕੱਠੇ ਕਰ ਲੈਂਦੇ ਆ ਤਾਂ ਇਹ ਰੂਟ ਨਹੀਂ ਸੀਗਾ
तो बेसिकली ये प्रथा बड़ी देर तो चलती आ रही है, मतलब है ना, अजे भी कई बच्चे दिखते हैं तब। हाँ इस तरह, बट सीरियसली ਉਹਨੂੰ ਮੈਂ ਹਮੇਸ਼ਾ ਹੀ ਕਹਿੰਦਾ ਸੀਗਾ ਕਿ ਸ਼ਰਮੇ ਤੂੰ ਟੈਨਸ਼ਨ ਨਾ ਲੈ, ਤੇਰਾ ਭਰਾ ਬੈਠਾ ਹੈ, ਤੇਰਾ ਭਰਾ ਬੈਠਾ ਹੈ, ਤੇਰਾ ਭਰਾ ਬੈਠਾ ਹੈ। So that's a good. ਇਹ ਸਭ ਟਾਈਮ ਰਿਹਾ। ਸੋ ਬੇਸਿਕਲੀ ਇੱਕ ਤਾਂ ਤੁਹਾਡਾ ਪਰਸਨਲ ਫਾਇਦਾ ਹੋ ਗਿਆ ਆਈਆਈਟੀ ਬੰਬੇ ਜਾ ਕੇ। ਸੋ ਸਾਡੇ ਕੈਮਿਸਟਰੀ ਡਿਪਾਰਟਮੈਂਟ ਦੇ ਸਟੂਡੈਂਟਸ ਨੂੰ ਕੀ ਬੈਨੀਫਿਟ ਆ ਤੁਹਾਡੇ ਆਈਆਈਟੀ ਬੰਬੇ ਦਾ? ਐਸੇ ਜੂਨੀਅਰਸ ਡੀਲ ਕਰ ਲਓ, ਐਸੇ ਯੰਗਰ ਬ੍ਰਦਰ ਸਿਸਟਰ ਡੀਲ ਕਰ ਲਓ। ਸਭ ਤੋਂ ਪਹਿਲੇ ਤਾਂ ਯਤਨ ਮੈਂ ਤੁਹਾਨੂੰ ਇੱਥੇ ਕਰੈਕਟ ਕਰਨਾ ਚਾਹਾਂਗਾ, ਕੈਮਿਸਟਰੀ ਡਿਪਾਰਟਮੈਂਟ ਅੱਜ ਵੀ ਸਾਡਾ ਹੀ ਹੈ। ਓਕੇ ਓਕੇ, ਹੈ ਨਾ। ਤੇ ਐਕਚੁਅਲੀ ਟੂ ਬੀ ਫਰੈਂਕ, ਮੈਨੂੰ ਹਰ ਸਾਲ ਜਦੋਂ ਵੀ ਪੀਐਚਡੀ ਦੇ ਐਡਮਿਸ਼ਨਸ ਦਾ ਟਾਈਮ ਆਉਂਦਾ ਹੈ, ਆਪਣੇ ਮੈਂ ਬਹੁਤ ਐਕਚੁਅਲੀ ਥੈਂਕਸ ਕਰਦਾ ਆਪਣੇ ਕਰੰਟ ਪ੍ਰੋਫੈਸਰਸ ਜਿਹੜੇ ਵੀ ਹੈਗੇ ਡਿਪਾਰਟਮੈਂਟ, ਉਹ ਕਾਫੀ ਲੋਕ ਮੇਰਾ ਨਾਮ ਰეკਮੈਂਡ ਕਰਦੇ ਆ ਤੇ ਮੈਨੂੰ ਆਲਮੋਸਟ ਐਵਰੀ ਟਾਈਮ 2 ਜਾਂ 3 ਪੀਐਚਡੀ ਸਟੂਡੈਂਟਸ ਦਾ ਕਾਲ ਆਉਂਦਾ ਹੈਗਾ ਜਦੋਂ ਵੀ ਹੁੰਦੇ ਆ, ਇਵਨ ਆਈਆਈਟੀ ਲਈ ਜਾਂ ਕਿਸੇ ਵੀ ਚੀਜ਼ ਲਈ। ਤਾਂ ਆਈ ਨੋ ਕਿ ਇੱਕ ਕੋਈ ਵੀ ਡਿਪਾਰਟਮੈਂਟ ਦੇ ਪ੍ਰੋਫੈਸਰ ਜਿਹੜੇ ਹੈਗੇ ਆ, ਸਿਮਨੀ ਸਰ ਹੈ ਜਾਂ ਹੁੰਡਲ ਮੈਮ ਹੈ, ਉਹ ਇੱਕ ਵਾਰ 2 ਵਾਰੀ ਆਈਆਈਟੀ ਆਏ ਹੈਗੇ ਤੇ ਉਹਨਾਂ ਨੇ ਸਪੈਸੀਫਿਕਲੀ ਉਹਨਾਂ ਨਾਲ ਮੈਂ ਮਿਲਿਆ, ਬੈਠ ਕੇ ਗੱਲਬਾਤ ਕੀਤੀ, ਇਹ ਸਭ ਚੀਜ਼ਾਂ। ਤਾਂ ਕੁਛ ਵੀ ਮੇਰੀ ਹੈਲਪ ਕਿਸੇ ਨੂੰ ਵੀ ਚਾਹੀਦੀ ਹੋਵੇ ਤਾਂ ਮੇਰਾ ਫੋਨ ਨੰਬਰ ਜਾਂ ਮੇਰੀ ਈਮੇਲ ਆਈਡੀ ਤੁਸੀਂ ਕਦੋਂ ਵੀ ਉਹਦੇ ਤੇ ਕੰਟੈਕਟ ਕਰ ਸਕਦੇ ਹੋ ਅਗਰ ਤੁਹਾਨੂੰ ਕੁਛ ਵੀ ਹੈਲਪ ਚਾਹੀਦੀ ਹੈ। ਅਗਰ ਇਨ ਟਰਮਸ ਆਫ ਐਕਸਚੇਂਜ ਪ੍ਰੋਗਰਾਮ, ਇਨ ਟਰਮਸ ਆਫ ਅਗਰ ਤੁਸੀਂ ਮੰਨ ਲਓ ਸਮਰ ਇੰਟਰਨਸ਼ਿਪ ਲਗਾਉਣਾ ਚਾਹੁੰਦੇ ਹੋ, ਅਗਰ ਆਈਆਈਟੀ ਕੈਂਪਸ ਦੇ ਵਿੱਚ ਕੁਛ ਵੀ ਅਗਰ ਓਪਨਿੰਗ ਹੈਗੀ ਹੈ ਜਾਂ ਕਿਸੇ ਵੀ ਪ੍ਰੋਫੈਸਰ ਨਾਲ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਤਾਂ ਆਈ ਕੈਨ ਗਾਈਡ ਯੂ। ਕਿ ਅਗਰ ਮੈਂ ਅਪਰੋਚ ਕਰਦਾ ਹੋਇਆ ਤਾਂ ਮੈਂ ਪਰਸਨਲੀ ਵੀ ਉਸ ਪ੍ਰੋਫੈਸਰ ਨੂੰ ਅਪਰੋਚ ਕਰ ਸਕਦਾ, ਉਹ ਅਗਰ ਕਿਸੇ ਵੀ ਪੋਜੀਸ਼ਨ ਦੇ ਲਈ ਹੈਗੇ। ਔਰ ਉਸ ਤੋਂ ਇਲਾਵਾ ਅਗਰ ਤੁਸੀਂ ਮੈਨੂੰ ਪੁੱਛੋ ਕਿ one of the important thing is ਅਗਰ ਤੁਸੀਂ ਕੋਈ ਵੀ ਨੈਸ਼ਨਲ ਲੈਵਲ ਦਾ ਐਗਜ਼ਾਮ ਜਿਹੜਾ ਹੈਗਾ ਕਰੈਕ ਕਰਨਾ ਚਾਹੁੰਦੇ ਹੋ, ਤੁਹਾਡੀ ਸਟ੍ਰੈਟਜੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਬਹੁਤ ਇੰਪੋਰਟੈਂਟ ਹੈ। ਅਗਰ ਤੁਹਾਨੂੰ ਲੱਗੇ ਕਿ ਤੁਸੀਂ ਸਿਰਫ ਹਾਰਡ ਵਰਕ ਨਾਲ ਪਾਰ ਪੈ ਜਾਣਾ ਤਾਂ ਨਹੀਂ ਪੈਣ ਲੱਗਿਆ। ਫੋਰ ਐਗਜ਼ਾਮਪਲ, ਅਗਰ ਇਨ ਦਾ ਨਟਸ਼ੈਲ ਅਗਰ ਤੁਸੀਂ ਮੈਨੂੰ ਪੁੱਛੋ, ਜਦੋਂ ਵੀ ਤੁਸੀਂ ਆਪਣੇ ਕਨਸੈਪਟ ਬ੍ਰਸ਼ ਕਰਨੇ ਆ, ਮੇਰਾ ਐਕਸਪੀਰੀਅੰਸ ਹੈ ਜਦੋਂ ਵੀ ਆਪਣੇ ਕਨਸੈਪਟ ਬ੍ਰਸ਼ ਕਰਨੇ ਆ ਤੁਸੀਂ ਹਮੇਸ਼ਾ ਟਰਾਈ ਕਰੋ ਕਿ ਜਿੰਨੀ ਜ਼ਿਆਦਾ ਡਿਫਿਕਲਟ ਲੈਂਗੁਏਜ ਦੀ ਤੁਹਾਨੂੰ ਬੁੱਕ ਮਿਲਦੀ ਹੈ ਨਾ, ਉਹ ਤੁਹਾਨੂੰ ਪੜ੍ਹਨੀ ਚਾਹੀਦੀ ਹੈ, ਜਿੰਨੀ ਜ਼ਿਆਦਾ ਡਿਫਿਕਲਟ ਲੈਂਗੁਏਜ। ਬਟ ਇਨ ਟਰਮ ਜਦੋਂ ਤੁਸੀਂ ਕੰਪੀਟੀਟਿਵ ਐਗਜ਼ਾਮ ਦੀ ਪ੍ਰੀਪਰੇਸ਼ਨ ਕਰ ਰਹੇ ਹੋ ਸਪੈਸੀਫਿਕਲੀ, ਤਾਂ ਤੁਹਾਨੂੰ ਹਮੇਸ਼ਾ ਇੰਡੀਅਨ ਆਥਰ ਪੜ੍ਹਨਾ ਚਾਹੀਦਾ ਜਿਹਦੀ ਕਿ ਲੈਂਗੁਏਜ ਸਭ ਤੋਂ ਈਜ਼ੀ ਹੋਵੇ, ਜਿਹੜਾ ਤੁਹਾਨੂੰ ਪਤੇ ਦੀ ਗੱਲ ਦੱਸਦਾ ਹੋਵੇ ਵੀ ਵੀਰੇ ਆ ਇਹਦਾ ਸਿੱਟਾ ਨਿਕਲਦਾ, ਸੈਂਟਰਲ ਆਈਡੀਆ ਇਸ ਪਾਰਟੀਕੂਲਰ ਕਨਸੈਪਟ ਦਾ ਇਹੀ ਹੈ। ਤਾਂ ਇੱਕ ਇਹ ਚੀਜ਼ ਬਹੁਤ ਇੰਪੋਰਟੈਂਟ ਹੈ। ਸੈਕੰਡਲੀ, ਜੋ ਮੈਂ ਸਟ੍ਰੈਟੇਜੀ ਦੀ ਗੱਲ ਕਰਦਾ, ਇੱਕ ਤਾਂ ਹੁੰਦੀ ਹੈ ਤਿਆਰੀ ਕਰਨ ਦੀ ਸਟ੍ਰੈਟੇਜੀ ਜੋ ਮੈਂ ਤੁਹਾਨੂੰ ਹੁਣੇ ਦੱਸਿਆ ਹੈਗਾ। ਸੈਕੰਡਲੀ, ਜੋ ਐਗਜ਼ਾਮਸ ਨੂੰ ਤੁਸੀਂ ਐਗਜ਼ਾਮ ਨੂੰ ਕਿੱਦਾਂ ਅਟੈਂਪਟ ਕਰਦੇ ਹੋ ਉਹਦੀ ਸਟ੍ਰੈਟੇਜੀ ਵੀ ਬਹੁਤ ਇੰਪੋਰਟੈਂਟ ਹੈ। ਜਿੱਦਾਂ ਮੈਂ ਜਿਵੇਂ ਆਪਣੇ ਨੈਟ ਦਾ ਐਗਜ਼ਾਮ ਦਾ ਪੈਟਰਨ ਲੈ ਲਓ ਜਾਂ ਗੇਟ ਦਾ ਲੈ ਲਓ, ਕੁਛ ਇੱਕ ਐਪਟੀਟਿਊਡ ਦੇ ਕੁਐਸਚਨ ਆਉਂਦੇ ਆ, ਤਾਂ ਮੈਂ ਟੂ ਬੀ ਫਰੈਂਕ ਅੱਜ ਤੱਕ ਕਿਸੇ ਵੀ ਕੰਪੀਟੀਟਿਵ ਐਗਜ਼ਾਮ 'ਚ ਮੈਂ ਐਪਟੀਟਿਊਡ ਦੇ ਉੱਤੇ ਡਿਪੈਂਡ ਹੋ ਕੇ ਨਹੀਂ ਜਾਂਦਾ ਸੀ। ਮੇਰਾ ਸਿੰਪਲ ਸਿੱਧਾ ਫੰਡਾ ਸੀਗਾ ਕਿ ਫੋਰ ਐਗਜ਼ਾਮਪਲ ਨੈਟ ਦੀ ਅਗਰ ਗੱਲ ਕਰੀਏ ਤਾਂ ਪਾਰਟ ਸੀ ਹੈ, ਉਹਦਾ 100 ਨੰਬਰ ਦਾ ਆਉਂਦਾ, 25 ਕੁਐਸਚਨ ਆਉਂਦੇ ਉਹਦੇ 'ਚੋਂ। ਤਾਂ ਮੈਂ 2 ਘੰਟੇ ਵੀ ਇਹਨਾਂ ਤੇ ਲਾਉਣ ਨੂੰ ਤਿਆਰ ਹਾਂ, ਪਰ ਮੈਂ ਉਹ 25 ਦੇ 25 ਅਟੈਂਪਟ ਕਰਾਂਗਾ। ਐਂਡ ਮੈਂ ਆਪ ਹੈਰਾਨ ਹੋ ਜਾਣਾ ਕਿ ਮੈਂ ਪਾਰਟ ਸੀ 'ਚੋਂ ਜਦੋਂ ਮੇਰਾ ਜੇਆਰਐਫ ਕਲੀਅਰ ਹੋਇਆ, ਆਈ ਸਕੋਰਡ 95 ਮਾਰਕਸ ਆਊਟ ਆਫ 100 ਫਰਮ ਦੈਟ। ਹਾਂ, ਤਾਂ ਉਹਦੇ 'ਚ ਸਿਰਫ ਇੱਕ ਮਾਰਕ ਜਿਹੜਾ ਮੇਰਾ ਸੀਗਾ, ਇੱਕ ਕੁਐਸਚਨ ਗਲਤ ਹੋਇਆ 25 ਚੋਂ, ਉਹਦੇ 'ਚੋਂ ਮੇਰਾ ਇੱਕ ਨੈਗੇਟਿਵ ਮਾਰਕ ਕੱਟਿਆ ਗਿਆ ਤੇ 4 ਨੰਬਰ ਦਾ ਉਹ ਕੁਐਸਚਨ ਸੀਗਾ ਤੇ 95 ਮੇਰੇ ਉਹਦੇ 'ਚੋਂ ਆਏ। ਉਸ ਤੋਂ ਇਲਾਵਾ ਬਾਕੀ ਸਭ ਕੈਮਿਸਟਰੀ ਇਹ ਸਭ ਚੀਜ਼ਾਂ ਆਈਆਂ ਹੈ। तो आपका स्ट्रेटजी इज वेरी इंपॉर्टेंट। अगर ਤੁਸੀਂ ਆਰਗੈਨਿਕ ਕੈਮਿਸਟਰੀ ਤੁਹਾਡੀ ਸਟਰੋਂਗ ਹੈ, ਆਰਗੈਨਿਕ ਕੈਮਿਸਟਰੀ ਤੇ ਤੁਹਾਡੇ ਕਨਸੈਪਟ ਸਟਰੋਂਗ ਹੈ, ਤਾਂ ਜ਼ਰੂਰੀ ਨਹੀਂ ਕਿ ਤੁਸੀਂ ਜੋ ਤੁਹਾਡੀ ਪ੍ਰੈਕਟੀਕਲ ਪ੍ਰੋਬਲਮਸ ਹੈ ਉਹ ਤੁਸੀਂ ਆਰਗੈਨਿਕ ਕੈਮਿਸਟਰੀ ਦੀਆਂ ਹੀ ਅੱਛੀ ਤਰ੍ਹਾਂ ਸੋਲਵ ਕਰ ਪਾਓ। ਦਿਸ ਇਜ਼ ਨਾਟ ਇੰਪੋਰਟੈਂਟ ਐਟ ਆਲ। ਪਲੀਜ਼ ਕੀਪ ਦਿਸ ਥਿੰਗ ਇਨ ਮਾਈਂਡ ਕਿ ਅਗਰ ਤੁਹਾਡੀ ਆਰਗੈਨਿਕ ਕੈਮਿਸਟਰੀ ਸਟਰੋਂਗ ਹੈ, ਤੁਸੀਂ ਸੋਚੋ ਕਿ ਮੈਂ ਆਰਗੈਨਿਕ ਕੈਮਿਸਟਰੀ ਦੀਆਂ ਹੀ ਪ੍ਰੋਬਲਮ ਸੋਲਵ ਕਰੂੰਗਾ। ਨੋ, ਦਿਸ ਇਜ਼ ਨਾਟ ਰਾਈਟ, ਦਿਸ ਇਜ਼ ਨਾਟ ਐਟ ਆਲ ਰਾਈਟ। ਠੀਕ ਹੈ, ਸੋ ਆਸ਼ੀਸ਼ ਬਹੁਤ ਸ਼ੁਕਰੀਆ ਤੁਹਾਡਾ ਆਪਣੀ ਸਟ੍ਰੈਟੇਜੀ ਸ਼ੇਅਰ ਕਰਨ ਦਾ, ਇੱਕ ਸਾਨੂੰ ਪਾਥ ਦਿਖਾਉਣ ਦਾ ਵੀ ਤੁਸੀਂ ਅਗਰ ਸਮਰ ਇੰਟਰਨਸ਼ਿਪ ਕਰਨਾ ਚਾਹੁੰਦੇ ਹੋ ਜਾਂ ਕੋਈ ਡਾਊਟ ਹੈ ਜਾਂ ਕੁਛ ਵੀ ਤੁਹਾਨੂੰ ਕੋਈ ਹੈਲਪ ਚਾਹੀਦੀ ਹੈ ਜਿਹੜੀ ਆਸ਼ੀਸ਼ ਭਾਜੀ ਤੁਹਾਨੂੰ ਲੱਗਦਾ ਵੀ ਤੁਹਾਡੀ ਕਰ ਸਕਦੇ, ਸੋ ਯੂ ਕੈਨ ਕੰਟੈਕਟ ਮੀ। ਠੀਕ ਹੈ, ਮੈਂ ਅਬ ਤੱਕ ਸਾਰੇ ਆਪਣੇ ਡਿਪਾਰਟਮੈਂਟ ਦੇ ਨਾਲ ਥਰੂ ਸੀਆਰ ਸਾਡੀ ਈਮੇਲ ਆਈਡੀ ਸ਼ੇਅਰ ਕਰਵਾ ਦੂੰਗਾ। ਕੰਟੈਕਟ ਸ਼ੇਅਰ ਕੋਈ ਥਰੂ ਸੀਆਰ ਵੀ ਕੈਨ ਕੰਟੈਕਟ ਵੀ ਇਦਾਂ ਸਾਰੇ ਜਾਣੇ ਕਾਲ ਨਹੀਂ, ਕੋਈ ਪ੍ਰੋਬਲਮ ਨਹੀਂ, ਮੈਨੂੰ ਕੋਈ ਵੀ ਕਾਲ ਕਰ ਸਕਦਾ ਹੈ, ਨੋ ਪ੍ਰੋਬਲਮ। ਠੀਕ ਹੈ, ਕੰਟੈਕਟ ਵੀ ਓਕੇ, ਹਾਂ ਤੁਸੀਂ ਕੰਟੈਕਟ ਵੀ ਕਰ ਸਕਦੇ ਹੋ। ਆਈ ਵਿਲ ਪ੍ਰੈਫਰੇਬਲੀ ਅਗਰ ਤੁਸੀਂ ਈਮੇਲ ਸੈਂਡ ਕਰ ਦੋ ਤਾਂ ਜ਼ਿਆਦਾ ਬੈਟਰ ਹੈ,
है ना, पर so many times कि ਆਪਾਂ experiments ਕਰਦੇ ਹੁੰਨੇ ਆ ਤੇ phone calls ਆ ਜਾਂਦੀ ਹੈ ਤਾਂ ਆਪਾਂ ਉਹ pick ਨਹੀਂ ਕਰ ਪਾਉਂਦੇ, and sometimes ਆਪਾਂ ਥੋੜਾ ਜਿਹਾ ਥੋੜਾ ਅਣਗਹਿਲੀ ਵੀ ਵਰਤ ਲੈਂਦੇ, ਚੱਲ ਛੱਡ ਫਿਰ ਫੋਨ ਕਰ ਲਾਂਗੇ ਬਾਅਦ ਵਿੱਚ ਕਰ ਲਾਂਗੇ, but there is no chance ਕਿ ਮੈਂ ਤੁਹਾਡੀ email skip ਕਰਾਂ ਅਗਰ ਮੇਰੇ ਤੱਕ ਪਹੁੰਚੇਗੀ, no chance at all. ठीक है. So basically now it's time for the participants to interact with Archive. So जे किसी ने कोई question है, फॉर्मल है भावें इनफॉर्मल है, कुछ भी क्वेश्चन है, जस्ट आस्क हिम. तो कल मैं इन्होंने स्पेशल फोन किया, मैं कहा सर आप गल करनी है स्टूडेंट्स के क्वेश्चन के नाल, ते मैं कहा भी कुछ क्वेश्चन इदा दे आ जाते जिहड़े सुटेबल नहीं होंदे. सो ही क्लियरली सेड जिद्दां दे मर्जी आंदे आई विल आंसर दैट. सो दैट्स अ वेरी पॉजिटिव एटीट्यूड. तो तुहानूं जिद्दां दे भी कोई क्वेश्चन तुहाडा मन है, कुछ भी कोई भी पार्टिसिपेंट, आई थिंक देयर आर more than 73 participants are there, so anyone can ask any type of question, I don't mind at all. Okay, so it's time for the participants to ask the question. Please raise your hands if you want to ask any question. Moderator, please act in the chat box that there is an option for raising hands. If moderators have any questions, then you can also ask. Okay, so we have one question from Kritika Kakkad. So I request the moderator to please allow him to ask her question. I think. Okay. Hello. Hello. Hello, Priya. Am I audible? Yeah, you are audible. Yeah. Good evening, Bhaiya. Hello. So I wanted to ask you, like you said that you didn't appear for JAM after your bachelor's. Yeah. So does that mean you didn't start preparing for it in your bachelor's level? Like you also said that we have to start preparing for our JAM and all competitive exams since day one. So how did you prepare for that? Okay. So that's a good thing. First of all, I said that like you should be start preparing from your first day, but that is not in terms of you start practicing the questions, practicing the MCQ questions. That's not like that. The day you enter in your graduation, and you should carry the home messages in such a way that it will brush up your concept. That is the important thing. So in that context, in that sense, you will be start preparing for the entrance exam from day one, because the concepts you yourself are opening the lid of your mind and then putting the concept inside and then closing the lid by yourselves only, right? So this in this particular context, yes, I said that yes, but for competitive exams, you obviously have to practice a lot for number of questions. That is, there is no shortcut for that. You have to practice the questions. But in terms of concepts, in terms of you will be able to answer the questions once your concepts are clear. You have a good command on the subject. That is very, very important. So once your command is good, and then you can practice that. JAM, I told you why I did not give. I did not want to lose my, the kingdom which I have made in 3 years of my graduation. I didn't want to lose that for that particular purpose. I did not start. I did not appear for that. Yes, I accept the fact. Okay, and one more question. Did you pursue any coaching or any such stuff? Or No. Not at all. I did not. No. I did not go for any coaching at all. Yes, right now people go that after MSc, but I can surely 100% say that if you are decided to crack the exam, there is no need of coaching. Specifically, if the JAM or NET kind of exams are, these are the target you are making at. But if you want to go for some other competitive exams like for IAS or some other thing, I don't have any idea. But for NET, for GATE, for JAM, you absolutely you do not require any. You can order the study material which actually this coaching institute are providing. But in terms of, if I will say like, there are so many students now from our department who
their MSc. They are cracking that. So absolutely no need, it's not required. If you are very sincere from your day one in terms of concept, I'm not saying that you should not enjoy. I'm not saying that you should not party. I'm not saying that you should not roam around. No, not at all. You live your life happily, but you should be equal serious about your studies. That is important. Once the concepts are brushed up, that's it. Okay. And one more thing, I told Yatin to discuss about an educational tour to IIT Bombay. Yatin, please discuss about it. Okay, that he have listed that if you want any type of help or summer internship program, he will be happy to assist you. He will, if possible, he will personally approach the professor or teacher. So he have listed that thing. I hope I have discussed that. And if we were talking about educational tour, specifically to IIT Bombay or some other IITs, I suggest that you plan for something which is very near. Like IIT Delhi is a good option to there. Or IIT Ropar or if you want to, yes, either Mohali, you go and there are so many good institutes right now in Punjab. But still, if you people want to come to Mumbai, I don't mind at all. Yes, you can come. But Mumbai for number of people, yes, there will be restrictions. Okay. Thank you. Thank you, Priel, for your questions. So here he is one of the current student of department. No, yes. I'm in second year right now. Oh, Bachelor okay. second. Great. So, moderator, please put Ritik on mic. I think he want to ask a question. He has raised his hand. Hello, good evening. Hi, Ritik. How are you? Good evening. I'm fine, sir. Sir, मेरा एक क्वेश्चन है कि IIT दिल्ली और IIT बॉम्बे में अगर हमने एकेडमिक्स और रिसर्च को कंपेयर करना हो तो हम कैसे कर सकते हैं? I think you want to compare the research work at IIT Delhi and IIT Bombay. Okay, this was also one of the question when I was appearing for the interviews, like which of the institute is better, which of the institute. I think you should compare the labs. You should not compare the institute. Once it is IIT, no problem. You once it's specifically like IIT Delhi, IIT Madras, IIT Kanpur, IIT Kharagpur, IIT Bombay, there is no difference at all. In among these institutes, if we talk about research, but in terms of lab, yes, there is a huge difference. So if you will go to some lab where your projects are not clicking, you are not getting good papers, then it is a problem. But if the institute is like little bit, if you will see ranking is basically on dependent where the ranking of the institute will come. If you will, but you should be very cautious about choosing the lab if you are really very interested in PhD. Good PhD. Labs are important. Like this is a lab. Like for example, when I got selected in IIT Bombay, I wanted to join Professor D. Maithi's lab because I wanted to pursue this CH activation thing, but he did not take me. So instead, I rejected the offer of IIT Delhi, where there is a one professor, I forgot his name, and वो CH activation पे काम करता था. उन्होंने मैनू लैन ਲਈ हाँ भी करती थी, but IIT Bombay से मेरा सिलेक्शन हो गया था. मैं यही सोचा कि इंस्टीट्यूट IIT Bombay ज़्यादा बढ़िया, बॉम्बे शहर बढ़िया, रैंकिंग होती बढ़िया, तो मैं उधर चला गया. But you should definitely compare the labs. You should not compare the institutes. As far as the PhD is concerned. So we are running short of time, so I will address only one question more. So I requested moderator to please allow Kritika Kakkar to ask a question. Good evening, sir. Yeah, good evening. Sir, hello. If we like join something new, we are very motivated कि अगर मैं PhD start करूँ तो मैं काफी motivated होंगी. But as we know कि PhD बहुत long process है, 5-6 years का. तो मतलब in between आपको कभी ऐसा feel हुआ कि काफी hectic हो गया या काफी हो गया है, मतलब हो नहीं रहा या काफी hectic है, मतलब क्या चीजें आपको motivate in between the process करती रहती हैं? Okay, it's a very interesting and very common question. कि PhD is all obviously कि बहुत ज़्यादा
फ्रस्ट्रेट हो जाता है, बहुत फ्रस्ट्रेटिंग हो जाता है, बिकॉज यू आर वेरी हार्ड वर्कर, you are topper, you are like since your childhood you are among the top 3, and suddenly in PhD you are spending lot of time, you are putting so much of effort, and you are not getting anything, you are not getting paper, you are not getting manuscript. Yes, this is one of the uh, common, you can see, situation. I will not say it is a problem, it's a common situation where everyone has to face that. Yes, if you are drinking, then it is a good option that you go drink, sleep, and then again come back to lab next day morning and then start working. Yes, this is one of the uh, you know uh, escape path from where you can go. But in terms of motivation, you can watch so many motivational videos are there. I specifically follow Sandeep Maheshwari is there, and then Sadhguru. These are the people who talk very logically, first of all. So if the logic is clear, okay, I thought I will give it a in the thank you speech. I thought like this particular thing which I'm going to say, I was thinking like I will tell at last, but it's okay. Um, the question has now raised, so I will say that for every successful person, if you will ask, like कि सक्सेस होने के लिए सबसे जो बेसिक चीज है वो क्या है, वो तुम हमेशा ये कहेगा कि सही टाइम पे सही डिसीजन लेने के बाद में बंदा सक्सेसफुल हो जाता है। तो फिर हमें बोले कि भाई जो तेरे सही डिसीजन है वो कितना पता चलते हैं, वो कहते हैं कि वो एक्सपीरियंस तो पता जितना किसी पर्टिकुलर फील्ड के एक्सपीरियंस ਉਹਨੂੰ ਆਂਦਾ ਜਾਂਦਾ ਤਾਂ ਉਹ ਸਹੀ ਸਹੀ ਡਿਸੀਜਨ ਲੈਣ ਲੱਗ ਜਾਂਦਾ। ਤੇ ਜਿਹੜੇ ਸਹੀ ਜਿਹੜਾ ਐਕਸਪੀਰੀਅੰਸ ਹੈ ਉਹ ਕਿੱਥੋਂ ਆਉਂਦਾ ਹੈ, ਉਹ ਆਪਾਂ ਨੂੰ ਆਪਣੀਆਂ ਗਲਤੀਆਂ ਤੋਂ ਪਤਾ ਚੱਲਦਾ ਹੈ ਕਿ ਜੋ ਆਪਾਂ ਪਿੱਛੇ ਪਹਿਲੇ ਗਲਤੀਆਂ ਕਰ ਆਏ ਆ ਉਹਦੇ ਤੋਂ ਆਪਾਂ ਨੂੰ ਐਕਸਪੀਰੀਅੰਸ ਆਉਂਦਾ ਹੈ। ਤੇ ਇਨਸਾਨ ਗਲਤੀਆਂ ਉਦੋਂ ਹੀ ਕਰਦਾ ਹੈ ਜਦੋਂ ਉਹ ਕਿਸੇ ਵੀ ਚੀਜ਼ ਨੂੰ ਸਟਾਰਟ ਕਰਦਾ ਹੈ। ਸੋ ਫਸਟ ਐਂਡ ਫੋਰਮੋਸਟ ਥਿੰਗ ਇਜ਼ ਟੂ ਸਟਾਰਟ। You have to start, you will make mistakes, you will get the experience, you will learn the things, and then you will start taking right decision, and then you will be a successful person. But things will happen by its own time. It's not like that today morning you are thinking something and tonight you are going to do that. But in PhD, if you really want to pursue, you should like get up in the morning and plan your things. These are the experiment I'm gonna finish by tonight. You come home, sleep, that's it. That is your job. If you don't want to be frustrated, but if you in your first year, in your first semester, first 3-4 months, 5 months, after 5 months, you will start listening to so many frustrated seniors that the professor is very frustrating, blah blah blah, so many things. Definitely you are gonna listen. You will go to any institute, you're gonna listen that. But the thing is, the job is to wake up in the morning, plan your things, come to your hostel, sleep, that's it. Okay. So from your talk, I saw that you have prepared some type of a thank you speech. So I would like to conclude your thank you speech so that I can further thank to some special person due to which this lecture was possible. So please, you can conclude your statements. Okay. So definitely, I'm gonna thank everyone. HOD, currently Department of Chemistry, GNU, Dr. Geeta Hundal. I already mentioned her name, and she is like absolutely a wonderful person. And because I contacted her so much, I mean, like during my preparation and everything, I contacted her so much. I used to go to her office after 5:30, and I still remember that time. And obviously, yes, Dr. Venus, he has changed the department. Absolutely, like I should. The words are very, very less to me for me. Superman of the department. Yes, absolutely, you can say that. Yeah. Because he has changed the department. I myself participate in one of that. What is that? I forgot the name of that event, but I participate in debate. What is that, Yatin? Which debate? Venus, can you please tell what was the name for the first event you started? Talk show that online education. No, wait. That was नाम था बे उसका एक तो ABC लीग थी, a board chemistry उससे पहले और वो जो कल्चरल इवेंट्स का आपस में कंपैरिजन करवाया था, पता नहीं क्या नाम था उसका,
अभी यार भूल कैसे गया? I mean, this is it's okay. Sometime it happens. पर वो बड़ा सही, I mean, वो पहला था, तुम्हारी क्लास ही थी। हाँ हाँ, करेक्ट। हाँ, तो उसी साल फिर बाद में वो एबीसी लीग सी करवाई थी, उसका नाम। हाँ, करेक्ट। उससे पहले एबीसी लीग से पहले पता नहीं सी से ही था कुछ नाम, क्रिसेंडो। Yes. So that was a very wonderful event which he organized. At that time, he just joined the department and he used to say that, don't call me sir, just say Venus, Dr. Venus, like that. Obviously, the department, I will definitely say this kind of event, this extra co-curricular activities Venus is actually organizing right now. It's really very good, and you will be surprised to know that all these kinds of events are happening in almost all the national institutes like IITs or in that. I think in State University, this is not the culture. It's not very normal. But yes, Venus in the last 5 years, because so this is the type of motivation. One thing I want to ask is, have you understood my reason why I used to tell you people कि मुझे Venus बुलाओ या Dr. Venus बुलाओ? Now you can understand my pain. मैं 6 साल यहाँ पे रहा बॉम्बे में, and I mean जब तक मैं बैचलर्स कर रहा था, so everybody was sir or ma'am, था ना, भैया दीदी सर मैम ये वो. Suddenly you spend a time in an institution for 6 years, you are changed. Correct. Nobody shakes hand like every day. ਤੁਸੀਂ ਇੱਥੇ यूनिवर्सिटी में जिन्हों मिलो दिन 5 वारी मिलो हाथी मिलाਉਂਦਾ ਰਹਿੰਦਾ ਹੈ, ਜੱਫੀਆਂ ਪਾਉਂਦੇ ਰਹਿੰਦੇ ਆ, and then you are in an institution where nobody does that. I mean, which is good in these times ਕਿ ਸਾਨੂੰ ਆਦਤ ਕੋਈ ਹੱਥ ਮਿਲਾਉਣ ਨਾ ਮਿਲਾਓ ਤਾਂ ਹੀ ਚੰਗਾ ਹੈ. And then you come back again and now you are just a PhD student, ਤੁਹਾਨੂੰ ਜੌਬ ਮਿਲ ਜਾਂਦੀ ਹੈ, ਤੁਸੀਂ ਉਹਨੇ ਸਾਰੇ ਜਣੇ ਤੁਹਾਨੂੰ ਸਰ ਤੁਹਾਡੇ ਪੈਰੀਂ ਹੱਥ ਲਾਈ ਜਾਂਦੇ. How would you feel? Try to I think now you can understand my situation better. It is very, very awkward when people touch your feet for I don't know what reason, but they do that. I mean, and then similarly the other thing, but that happens. Yeah, फिर हौली ਤੁਸੀਂ ਫਿਰ ਦੁਬਾਰਾ ਟਿਊਨ ਹੋ ਜਾਂਦੇ. ਪਹਿਲਾਂ ਮੈਂ ਤੁਹਾਨੂੰ ਜਰਾ ਮੈਂ ਤੁਹਾਡੀ ਕਲਾਸ ਵਧੀਆ ਸੀ, ਤੁਹਾਡੀ ਕਲਾਸ ਕਾਫੀ ਜਣੇ ਮੈਨੂੰ ਬੁਲਾ ਲੈਂਦੇ ਸੀ ਨਾਮ ਤੋਂ. ਹੁਣ ਹੌਲੀ ਮੈਂ ਲੋਕਾਂ ਨੂੰ ਰਿਕੁਐਸਟ ਕਰ ਲੈਂਦਾ, but I do not push it too much. So there are few people who call me, but otherwise it is okay. So here we can see Dr. Venus found a person with he can share his pain and all. You will also come into my shoes. You will also understand, because जिदा इन्हें क्या कि जिंदगी च experience जेड़ा है सब तो बड़ा factor है, बहुत बड़ा. And बहुत सारी चीज़ें वही feel करता है. आशिफ है उन्हें आज तो जो स्टूडेंट सीगे होर ਇਹਦਾ perspective ਸੀ 5 ਸਾਲ 6 ਸਾਲ ਜ਼ਿੰਦਗੀ ਦੇ ਹੋਰ ਬਿਤਾ ਲਏ ਨੇ, ਇਹਦਾ perspective change ਹੋ ਜਾਣਾ, ਲਾਈਕਿੰਗਸ ਚੇਂਜ ਹੋ ਜਾਂਦੀਆਂ, ਡਿਸਲਾਈਕਿੰਗਸ ਚੇਂਜ ਹੋ ਜਾਂਦੀਆਂ. ਜਿਹੜੀਆਂ ਚੀਜ਼ਾਂ ਤੁਸੀਂ ਪਹਿਲਾਂ ਨਫ਼ਰਤ ਕਰਦੇ ਹੋ ਤੁਹਾਨੂੰ ਚੰਗੀਆਂ ਲੱਗਣ ਲੱਗ ਪੈਂਦੀਆਂ, ਜਿਹੜੀਆਂ ਤੁਹਾਨੂੰ ਚੰਗੀਆਂ ਲੱਗਦੀਆਂ ਉਹ ਤੁਹਾਨੂੰ ਹਾਸਾ ਆਉਣ ਲੱਗ ਪੈਂਦਾ ਉਹਨਾਂ ਤੇ. ਜਿਹੜੇ ਟੀਵੀ ਸ਼ੋਜ਼ ਤੁਹਾਨੂੰ ਚੰਗੇ ਲੱਗਦੇ ਸੀ ਤੁਸੀਂ ਦੁਬਾਰਾ ਦੇਖਦੇ ਹੋ ਤੁਹਾਨੂੰ ਲੱਗਦਾ ਓ ਮਾਈ ਗॉड ਵਾਟ ਆਰ ਯੂ ਡੂਇੰਗ. ਸੋ ਐਵਰੀਥਿੰਗ ਚੇਂਜਸ ਵਿਦ ਟਾਈਮ, ਬਟ ਇਟ ਹੈਜ਼ ਟੂ ਹੈਪਨ ਵਿਦ ਟਾਈਮ. ਸੋ ਜੇ ਤੁਸੀਂ ਦ ਥਿੰਗ ਇਜ਼ ਕਿ ਜੋ ਆਸ਼ਿਫ ਹੁਣੇ ਗੱਲਾਂ ਕਰ ਰਿਹਾ ਜਿਹੜੇ ਮਾਈਂਡਸੈਟ ਚ ਹੈ, ਸੋ ਆਈ ਹੈਡ ਯੂਜ਼ਡ ਟੂ ਹੈਵ ਦ ਸੇਮ ਮਾਈਂਡਸੈਟ. टाइम ਦੇ ਨਾਲ ਸਭ ਕੁਝ ਆਉਂਦਾ, and there is no, it is very good for the young students ਜਿਹੜੇ ਕਿ ਸੁਣ ਰਹੇ ਨੇ, ਜਿਹੜੇ ਬਾਕੀ ਸਟੂਡੈਂਟਸ, ਬਿਕੋਜ਼ ਉਹ ਜੋ ਆਸ਼ਿਫ ਦੇ ਨਾਲ ਰਿਲੇਟ ਕਰ ਸਕਦੇ ਨੇ ਉਹ ਮੇਰੇ ਨਾਲ ਨਹੀਂ ਰਿਲੇਟ ਕਰ ਸਕਦੇ. ਜਦੋਂ ਕੋਈ ਨਵਾਂ ਯੰਗ ਫੈਕਲਟੀ ਜੁਆਇਨ ਕਰਦਾ ਉਹ ਹੁਣੇ ਐਜੂਕੇਸ਼ਨ ਖਤਮ ਕਰਕੇ ਆਇਆ ਹੁੰਦਾ, ਉਹਦੇ ਨਾਲ ਤਾਂ ਰਿਲੇਟ ਜ਼ਿਆਦਾ ਕਰ ਲੈਂਦੇ ਨੇ ਬੱਚੇ. ਜਦੋਂ ਮੈਂ 50 ਸਾਲ ਦਾ ਹੋ ਗਿਆ 55 ਸਾਲ ਦਾ ਹੋ ਗਿਆ, ਮੇਰੇ ਵੀ ਉਹ ਜਿਹੜਾ ਡੋਮੇਨ ਹੈ ਉਹ ਚੇਂਜ ਹੋ ਜਾਣਾ. ਠੀਕ ਹੈ, ਇਟ ਇਜ਼ ਆਲਵੇਜ਼ ਲਾਈਕ, ਐਂਡ that is the motivation of doing these interactions, and thanks to you and the Chemical Society students and all the editorial board members, Jasleen, Kashima, Vrishti, you, Akash, and Yashika and Akash Ahuja, all these people, everybody is there. And बहुत ਵਧੀਆ प्लेटफॉर्म है. अपने होर भी एलुमनाई ने चंगी जगह ते ने, उन्हां ਨੂੰ ਬੁਲਾਓ, ਬੱਚਿਆਂ ਦੀ ਇੰਟਰੈਕਸ਼ਨ ਉਹਨਾਂ ਦੇ ਨਾਲ ਕਰਵਾਓ. They will learn a lot of things from them directly. ਅਸੀਂ ਬਹੁਤ ਜ਼ਿਆਦਾ ਪੋਲੀਟੀਕਲੀ ਤੇ ਗ੍ਰਾਮੈਟਿਕਲੀ ਤੇ ਇਮੋਸ਼ਨਲੀ ਕਰੈਕਟ ਹੁੰਦੇ ਜਾਂਦੇ ਏਜ ਦੇ ਨਾਲ. They are not at that thing. They are very, very blunt in the ways they want to say the things, and which is good because ਤੁਹਾਨੂੰ ਉਹੀ ਚੀਜ਼ਾਂ ਮੋਟੀਵੇਟ ਕਰਦੀਆਂ ਨੇ. ਸਾਡੀ ਮੋਟੀਵੇਸ਼ਨ ਲੈਵਲ ਵੀ ਹੋਰ ਤਰ੍ਹਾਂ ਦਾ ਹੁੰਦਾ ਜਾ ਰਿਹਾ ਹੈ ਹੁਣ. तो ਹੁਣ ਹੋਰ ਆਸ਼ਿਫ ਨੂੰ ਵੀ ਰਿਕੁਐਸਟ ਕਰੂੰਗਾ, ਇਫ ਯੂ ਨੋ ਯੂਅਰ ਸੀਨੀਅਰਸ ਔਰ ਯੂਅਰ ਕਲਾਸਮੇਟਸ ਜਿਹੜੇ ਕਿ ਐਲੂਮਨਾਈ ਨੇ, ਜਿਹੜੇ ਕਿ ਅੱਛੀਆਂ ਇੰਸਟੀਟਿਊਟਸ ਵਿੱਚ ਹੈਗੇ ਨੇ, ਪਹੁੰਚੇ ਨੇ, ਉਹਨਾਂ ਨੂੰ ਕੰਟੈਕਟ ਕਰੋ, ਉਹਨਾਂ ਨੂੰ ਕਰੋ. 1-2 ਜਣਿਆਂ ਦਾ ਪੈਨਲ ਬਣਾ ਕੇ ਵੀ ਆਪਾਂ ਇੱਕ ਡਿਸਕਸ਼ਨ ਕਰ ਸਕਦੇ ਹਾਂ, ਔਰ ਅਦਰਵਾਈਜ਼ ਯੂ ਕੈਨ ਫਾਈਂਡ ਸਿੰਗਲ, ਅਦਰਵਾਈਜ਼ ਇੱਕ 1-to-1 ਇੰਟਰੈਕਸ਼ਨ ਵੀ ਹੋ ਸਕਦੀ ਹੈ. ਬਟ ਦਿਸ ਇਜ਼ ਕਾइंड ऑफ वेरी इंपॉर्टेंट, एंड यंग स्टूडेंट्स
they should understand कि everything is I mean अगर ਤੁਹਾਡੇ marks अच्छे नहीं ਹੁੰਦੇ ਨੇ, don't worry, you cannot do anything about that. Focus on the things which you want to do. There is always motivation. ऐसा ਜਦੋਂ ਮੈਨੂੰ ਅੱਜ ਵੀ ਯਾਦ ਆ, ਜਦੋਂ ਆਸ਼ਿਫ ਯਾਦ ਕੀਤਾ ਸੀ, ਮੈਨੂੰ ਜੁਆਇਨ ਕੀਤਾ ਸੀ, ਮੈਨੂੰ ਆਸ਼ਿਫ ਨਵਾਂ ਸੀ, so he used to say ਕਿ ਸਰ ਮੇਰੇ ਨਾਲ ਸਾਰੇ ਟੀਚਰ ਬਹੁਤ ਖਾਰ ਖਾਂਦੇ, ਮੈਨੂੰ ਇਸ ਲਈ ਨੰਬਰ ਨਹੀਂ ਦਿੰਦੇ। ਐਂਡ ਮੈਂ ਅੱਜ ਵੀ ਅੱਜ ਤੱਕ ਉਹੀ ਐਗਜ਼ਾਮਪਲ ਦਿੰਦਾ, ਬਹੁਤ ਸਾਰੇ ਸਟੂਡੈਂਟਸ ਕਲਾਸ ਵਿੱਚ ਅੱਜ ਵੀ ਇਹਦੀ ਐਗਜ਼ਾਮਪਲ ਦਿੰਦਾ, ਨਾਮ ਨਹੀਂ ਮੈਂ ਤਾਂ ਲੈਂਦਾ, but now I'm making it public. So but then ਮੇਰੇ ਨਾਲ ਇਹਦਾ ਠੀਕ ਸੀ ਰਿਲੇਸ਼ਨਸ਼ਿਪ, ਐਂਡ ਦੈਨ ਇਹਦਾ ਐਗਜ਼ਾਮ ਹੋਇਆ, ਪਹਿਲਾਂ ਇਹਨਾਂ ਨੂੰ ਇਲੈਕਟ੍ਰੋਕੈਮਿਸਟਰੀ ਮੈਂ ਪੜ੍ਹਾਈ ਸੀ, and he got 10 marks out of 20. ਫਿਰ minor 2 ਹੋਇਆ, ਫਿਰ ਇਹਦੇ 10 marks out of 20. And then I told him, ਮੈਂ ਕਿਹਾ ਹੁਣ ਤੇਰੇ ਮੇਰੇ ਵਾਲੇ ਚ ਕਿਉਂ ਨਹੀਂ ਆਉਂਦੇ? And the thing he didn't have good writing skills at that time. ਇਹਨੂੰ concept clear ਹੁੰਦਾ ਸੀ, ਪਰ ਇਹ ਕਹਾਣੀਆਂ ਪਾਉਂਦਾ ਰਹਿੰਦਾ ਸੀ ਇੱਧਰ ਉੱਧਰ। ਤੇ then I told him ਕਿ ਹੋ ਸਕਦਾ ਕੋਈ ਟੀਚਰ ਤੈਨੂੰ ਨਾ ਵੀ ਪਸੰਦ ਕਰਦਾ, ਐਂਡ ਇਹ ਵੀ ਜ਼ਿੰਦਗੀ ਦੇ ਨਾਲ ਹੀ ਹੌਲੀ ਹੌਲੀ ਤੁਹਾਨੂੰ ਪਤਾ ਲੱਗਣਾ, ਬਟ the thing is there are some skills which you require. Students ਕਿ ਕਿਉਂ ਐਵੇਂ ਥਿਊਰੀ ਪੜਾਈ ਜਾਂਦੇ ਨੇ, ਸਭ ਕੁਝ ਕਰੀ ਜਾਂਦੇ ਨੇ, ਬਟ ਜਿੱਦਾਂ ਕੱਲ ਡਾਕਟਰ ਜੀਤ ਨਾਲ ਵੀ ਗੱਲ ਹੋ ਰਹੀ ਸੀ, ਉਹ ਵੀ ਇਹੀ ਕਹਿ ਰਹੇ ਸੀ ਕਿ ਹੋ ਸਕਦਾ ਕੱਲ ਨੂੰ ਤੁਹਾਡੀ ਪਰਸੈਂਟੇਜ ਕਰਕੇ ਕਿਤੇ ਤੁਹਾਡੀ ਕੋਈ ਐਲੀਜੀਬਿਲਟੀ ਕੰਡੀਸ਼ਨ ਰਹਿ ਜਾਏ, ਐਂਡ there is a purpose for teaching that also. ਹੁਣ ਏਦਾਂ ਆਸ਼ਿਫ ਪੇਪਰ ਲਿਖਦਾ ਹੈ, ਪੇਪਰ ਲਿਖਣਾ is much more difficult than doing the research. Correct. ਤੁਹਾਡੀ ਲੈਂਗੁਏਜ ਕਿੱਦਾਂ ਤੁਸੀਂ ਉਹਨੂੰ ਲਿਖਣਾ, ਉਹ ਜੇ ਤੁਸੀਂ BSc ਜਾਂ MSc ਵਿੱਚ ਪੂਰੀਆਂ ਪ੍ਰੈਕਟੀਕਲ ਫਾਈਲਸ ਚੱਜ ਨਾਲ ਬਣਾਈਆਂ ਹੋਣ in a very very logical way, ਤੇ ਤੁਹਾਨੂੰ ਪੇਪਰ ਲਿਖਣੇ ਔਖੇ ਨਹੀਂ ਲੱਗਣਗੇ ਜਦੋਂ ਤੁਸੀਂ PhD ਕਰੋਗੇ, ਬਟ ਕਿਉਂਕਿ ਉਹ ਚੱਜ ਨਾਲ ਨਹੀਂ ਬਣਾਈਆਂ ਜਾਂਦੀਆਂ, ਤੁਹਾਨੂੰ ਪੇਪਰ ਲਿਖਣੇ ਬਹੁਤ ਔਖੇ ਲੱਗਦੇ ਨੇ, ਬਿਕੋਜ਼ ਸਟੂਡੈਂਟਸ ਲੈਕ ਕਮਿਊਨੀਕੇਸ਼ਨ ਸਕਿੱਲਸ, ਐਂਡ that is the reason, that is why there is subjective exams ਕਿ ਲਿਖਣਾ, ਤੁਸੀਂ ਟੀਚਰ ਬਣਨਾ, ਰਿਸਰਚਰ ਬਣਨਾ, ਲਿਖਣਾ is an important skill, ਬਟ ਉਹ ਸਾਰੀਆਂ ਚੀਜ਼ਾਂ ਟਾਈਮ ਨਾਲ ਰਿਅਲਾਈਜ਼ ਹੁੰਦੀਆਂ ਨੇ। ਆਸ਼ਿਫ ਨੂੰ ਵੀ ਹੌਲੀ ਹੌਲੀ ਰਿਅਲਾਈਜ਼ ਹੋਣਗੀਆਂ, ਜਿੱਦਾਂ ਕਈ ਸਟੂਡੈਂਟ ਹੁੰਦੇ ਨੇ, ਮੈਂ ਦੇਖਿਆ ਉਹ ਕਈ ਫੈਲੋਸ਼ਿਪਸ ਆਉਂਦੀਆਂ ਨੇ, ਪੋਸਟ ਡਾਕਟਰਲ ਫੈਲੋਸ਼ਿਪਸ ਹੋ ਗਈਆਂ ਜਾਂ ਇੰਡੋ ਬਾਕੀ ਕੰਟਰੀਜ਼ ਦੇ ਨਾਲ, ਉਹਨਾਂ ਚ ਐਲੀਜੀਬਿਲਟੀ ਕੰਡੀਸ਼ਨ ਹੁੰਦੀ ਨੇ, 70% ਮਾਰਕਸ ਚਾਹੀਦੇ ਨੇ, 75 ਤੋਂ ਅਬਵ ਚਾਹੀਦੇ ਨੇ, ਉੱਥੇ ਬੱਚਾ ਇੰਟੈਲੀਜੈਂਟ ਹੁੰਦਾ ਪਰ ਉਹਦੀ ਐਲੀਜੀਬਿਲਟੀ ਕਰਕੇ ਰਹਿ ਜਾਂਦਾ ਹੈ। ਹਾਂ ਕਰੈਕਟ। So everything is important, but as I say, ਇਹ perspective ਜਿਹੜੇ ਆ ਟਾਈਮ ਦੇ ਨਾਲ ਚੇਂਜ ਹੁੰਦੇ ਨੇ। I mean it is very very nice ਕਿ ਆਸ਼ਿਫ ਆਇਆ, and so many people will relate to him. The reason why I mean अच्छी ਗੱਲ ਇਹ ਹੈ कि I mean he was also like कि बहुत कोई अच्छे धांसू ਦੇ grades नहीं सी, but he was one of the intelligent people and he made it to a good place and he is doing good. That is a good thing. So it is a motivation for all the people that anybody of you can do that. We are not saying that our department is bad, which I will never say, but at the same time that is a researcher in me which is speaking, but at the same time the teacher in me will always say or advise you कि go out and go for the best thing. ठीक है ना, क्योंकि किसी नवी थामा ते जाओगे तो एक्सपीरियंस मिलेगा, which he is learning. I would like to add a few things in that. I will share one incident, and that is what happened once. I think क्वांटम केमिस्ट्री ਦੀ ਮੇਰੀ ਕਲਾਸ ਸੀ ਤੇ ਪਰਮਜੀਤ ਮੈਡਮ ਪੜਾਉਂਦੇ ਸੀ, ਤਾਂ ਮੈਂ ਉਹਨਾਂ ਨੇ ਮੈਨੂੰ ਇੱਕ ਕੁਐਸਚਨ ਪੁੱਛਿਆ ਹੈਗਾ ਜੋ ਪੇਪਰ ਸੀਗਾ, ਮੈਂ ਆਪਣੇ ਦਿਮਾਗ 'ਚ ਕੁਝ ਲਿਖਿਆ ਹੈ, ਤੇ ਮੈਨੂੰ ਉਹਨਾਂ ਨੇ ਕੋਈ ਵੀ ਪੋਲੀਟੀਕਲੀ ਇਨਕਰੈਕਟ ਜਾਂ ਕੋਈ ਇਸ ਤਰ੍ਹਾਂ ਸਟੇਟਮੈਂਟ ਨਾ ਦੇ ਦੀ ਕਿ ਮੁੜ ਕੇ ਸਾਨੂੰ ਵਕਤ ਪਾਇਆ ਬਈ ਇਹ ਪੜਦਾ ਪਿਆ ਤੇ ਮੈਂ ਮੈਡਮ ਨਾਲ ਕੰਮ ਸਾਰਿਆਂ ਦੇ ਨਾਲ ਕੰਮ ਕਰਨਾ ਹੈ। ਨਹੀਂ ਕੇਅਰਫੁਲ ਪਰ ਨਹੀਂ I will not take। ਹਾਂ ਮੈਂ ਕਿਹਾ ਕੀ ਹੋਇਆ, ਮੈਡਮ ਨੇ ਮੈਨੂੰ ਉਹ ਕੁਐਸਚਨ ਗਲਤ ਕਰਕੇ 0 ਨੰਬਰ ਦੇਤਾ। ਮੈਂ ਮੈਡਮ ਕੋਲ ਚਲ ਗਿਆ ਕਿ ਮੈਡਮ ਇਹ ਗਲਤ ਕਿਉਂ ਹੈ। ਮੈਡਮ ਨੇ ਨਾ ਮੈਨੂੰ ਬੜੇ ਵਧੀਆ ਤਰੀਕੇ ਨਾਲ ਨਾ ਉੱਥੇ ਡਾਈਸ ਹੁੰਦਾ ਆਪਣੇ ਉੱਥੇ ਬੁਲਾ ਲਿਆ, ਕਹਿੰਦੇ ਕਿ ਅਸੀਂ ਜੋ ਤੂੰ ਲਿਖਿਆ ਨਾ ਇਹਨੂੰ ਨਾ ਬੋਲ ਕੇ ਸੁਣਾ ਦੇ ਸਾਰੀ ਕਲਾਸ ਨੂੰ। ਤੇ ਹਾਂ ਤੇ ਅਗਰ ਕਲਾਸ ਦੇ 2 ਬੱਚੇ ਵੀ ਕਹਿ ਦੇਣ ਕਿ ਸ਼ਿਵ ਨੇ ਇੱਕ ਚੀਜ਼ ਠੀਕ ਲਿਖੀ ਹੈ, ਮੈਂ ਤੈਨੂੰ ਨੰਬਰ ਦੇ ਦਾਂਗੀ। ਐਂਡ ਮੈਂ ਉਹ ਪੜ੍ਹਿਆ, ਐਂਡ ਸੀਰੀਅਸਲੀ ਮੈਂ ਖੁਦ ਹੈਰਾਨ ਸੀਗਾ, ਕਿਸੇ ਵੀ ਇੱਕ ਬੱਚੇ ਨੇ ਹੱਥ ਖੜਾ ਨਹੀਂ ਕੀਤਾ ਜਿਹਨੂੰ ਸਮਝ ਆਇਆ ਹੋਵੇ ਮੈਂ ਕੀ ਲਿਖਿਆ ਉੱਥੇ। ਮੈਂ ਚੁੱਪਚਾਪ ਆਪਣਾ ਬਹਿ ਗਿਆ, ਮੈਡਮ ਨੇ ਆਪਣੇ ਪੇਪਰ ਡਿਸਟਰੀਬਿਊਟ ਕਰਕੇ ਸਭ ਜੋ ਵੀ ਉਹਨਾਂ ਦੇ ਡਾਊਟ ਕਲੀਅਰ ਕਰਕੇ ਮੈਨੂੰ ਕਹਿੰਦੇ ਕਿ ਕਿਸੇ ਬੱਚੇ ਨੇ ਕੁਝ ਕਹਿਣਾ ਹੈ ਜਾਂ ਕੁਝ ਡਾਊਟ ਹੈਗਾ, ਤਾਂ ਮੈਂ ਕਿਹਾ ਜੀ ਮੈਂ ਕਹਿਣਾ ਹੈਗਾ। ਫਿਰ ਮੈਂ ਉੱਠਿਆ, ਮੈਂ ਜਾ ਕੇ ਕਲਾਸ ਨੂੰ ਦੱਸਿਆ ਕਿ ਮੈਂ ਐਕਚੁਅਲ 'ਚ ਕੀ ਲਿਖਿਆ ਸੀਗਾ ਉੱਥੇ। ਮੈਂ ਉਹਨਾਂ ਨੂੰ ਸਮਝਾਇਆ ਕਿ ਮੇਰੇ ਜੋ ਕਹਿਣ ਦਾ ਮਤਲਬ ਸੀਗਾ ਇਹ ਮਤਲਬ ਸੀਗਾ। ਤੇ ਉਹ ਜਦੋਂ ਮੈਂ ਲਿਖਿਆ ਉਸ ਤੋਂ ਬਾਅਦ ਮੈਨੂੰ ਕਲਾਸ ਦੇ 3-4 ਬੱਚਿਆਂ ਨੇ ਬਾਹਰ ਜਾ ਕੇ ਐਪਰੀਸ਼ੀਏਟ ਕੀਤਾ ਇਸ ਚੀਜ਼ ਨੂੰ, ਕਹਿ ਕੇ ਕਿ ਅਸ਼ਿਵ ਯਾਰ ਤੂੰ ਇਹ ਕਿੱਥੋਂ ਪੜ੍ਹਦਾ, ਤੂੰ ਇਹ ਕਿੱਥੋਂ ਪੜ੍ਹੀ, ਇਹ ਚੀਜ਼ ਇਸ ਤਰ੍ਹਾਂ ਕਰਕੇ ਕਿੱਥੋਂ ਹੈ। ਤਾਂ ਯੂਅਰ ਸਕਿੱਲਸ ਆਰ ਵੈਰੀ ਵੈਰੀ ਇੰਪੋਰਟੈਂਟ। ਤੁਹਾਡੇ ਜੋ ਤੁਸੀਂ ਆਪਣੀ ਜੋ ਵੀ ਕੰਮ ਤੁਸੀਂ ਕਰਦੇ ਹੋ, ਜੋ ਵੀ ਸੋਚਦੇ ਹੋ, ਉਹਨੂੰ ਪ੍ਰੈਜ਼ੈਂਟ ਕਰਨਾ ਆਉਣਾ ਚਾਹੀਦਾ ਹੈ। ਤੇ ਇਸ ਚੀਜ਼ ਦੇ ਉੱਤੇ ਆਈ ਰਿਅਲਾਈਜ਼ ਲੇਟਰ ਔਨ ਜਦੋਂ ਮੈਂ ਆਪਣੀ PhD ਜਦੋਂ ਮੈਨੂਸਕ੍ਰਿਪਟ ਲਿਖਦਾ ਸੀਗਾ, ਇਹ ਕਰਦਾ ਸੀਗਾ, ਤਾਂ ਉਹਦੇ ਤੋਂ ਪਾਰ ਪਾਉਣ ਲਈ ਆਈ ਸਟਾਰਟਡ ਵਰਕਿੰਗ। ਇੱਕ ਸਟਾਰਟਅਪ 'ਚ ਮੈਂ ਕੰਮ ਕਰਨਾ ਸਟਾਰਟ ਕੀਤਾ, ਜਿਹਦੇ 'ਚ ਉਹ ਬੇਸਿਕਲੀ ਕੀ ਕਰਦੇ ਆ, ਉਹ ਇੱਕ ਕੋਚਿੰਗ ਇੰਸਟੀਟਿਊਟ ਲਈ ਕੰਟੈਂਟ ਤਿਆਰ ਕਰਦੇ ਆ ਕੈਮਿਸਟਰੀ ਦਾ।
ਤਾਂ ਮੈਂ ਐਜ਼ ਅ ਕੰਟੈਂਟ ਐਡੀਟਰ ਐਂਡ ਕੰਟੈਂਟ ਡਿਵੈਲਪਰ ਕਰੰਟਲੀ ਹੁਣ ਪਿਛਲੇ 1 ਸਾਲ ਤੋਂ ਕੰਮ ਕਰ ਰਿਹਾ, ਜਿਹਦੇ 'ਚ ਆਪਣੇ ਜੋ ਆਪਾਂ ਮਲਟੀਪਲ ਚੋਇਸ ਟਾਈਪ ਕੁਐਸਚਨ ਜਿਹੜੇ ਹੈਗੇ ਆਪਾਂ ਉਹ ਜਨਰੇਟ ਕਰਦੇ ਹਾਂ ਤੇ ਉਹ ਆਪਾਂ ਉਹਨੂੰ ਲੈਂਗੁਏਜ ਔਰ ਥਿੰਗਸ ਐਡਿਟ ਕਰਦੇ ਹਾਂ। ਇਹਦੇ ਨਾਲ ਕੀ ਹੈ ਕਿ ਮੈਨੂੰ ਥੋੜਾ ਜਿਹਾ ਫਾਈਨੈਂਸ਼ੀਅਲੀ ਵੀ ਸਪੋਰਟ ਰਹਿੰਦਾ, ਬਟ ਉਸ ਤੋਂ ਜ਼ਿਆਦਾ ਇੰਪੋਰਟੈਂਟ ਕੀ ਚੀਜ਼ ਹੈਗਾ कि मेरे वो राइटिंग स्किल्स ऑब्वियसली डे बाय डे बेटर करेगा। So writing skills I mean I have to interrupt you, sorry, but so writing skills so आया, so it is very important and we are running very short on time now. I already stretch हो गया शुरू थोड़ी technical details mistakes हुई हैं सी उधर करके, but there are two things. एक announcement Yatin दी है, so Yatin will make first announcement and then I will make another announcement. The first one is here. Okay. So we have successfully concluded today's talk show with Ashif from IIT Bombay, and I want to share you one more poster with you that our next upcoming lecture will be on Friday, that is 1st May at 4 p.m. That is a part of lightening the lockdown lecture series in which Dr. Vandana Palla, she is associate professor at Department of Chemistry, GNDU, will share about her research work on supramolecular chemistry and its applications in molecular recognition and catalysis. So it is going to be very fruitful for all the students to know that to get a research exposure by sitting at their home. I request you all to please join us in that lecture. And in the same context, because Ashif was also saying there will be I mean communication skills and all these are important. So in the other lecture series which we started on Tuesday, so Talking Science with me, that will be conversation with Dr. Shazia Khanam. So she is basically she has made a career in scientific editing. So she did her PhD again from TFR in biological sciences, and after that she went into a totally different unrelated area, which is scientific editing. So she works in right now she's working in Tata Consultancy Services, but usto pehla Cactus Publications with Bombay which job kar rahi hai. And so she will tell you there is another option for you, as Ashif was saying, that you can go into edtech. So there are so many options, and that is the idea of giving of these interactions. So in this one we will be covering talking with Shazia related to what she actually does in scientific editing and what are the skills which are required. For example, she requires some part of journalism and some part of English communication skills for that, and she'll be sharing her the details of her job and all those things, which would be very good for you because you never know, tanu pata nahi hunda basic sciences which ki assi idar hi cheezan de vich ja sakte hain. And yeah, so this is these are the two things. Vandana's lecture is on tomorrow, and then Shazia's lecture will be interaction will be day after tomorrow, and then next week we will be having other plans which we will share with you very soon. And yeah, I think that should be good enough. So at last I would like to thank our head of the department, Dr. Geeta Handal, and I want to thank Ashif Narullah from the side of Chemical Society for giving his time to share his experiences at GNDU and IIT Bombay. Obviously our Dr. Venus Singh Michu in charge of Chemical Society. He is guiding us to organize all these lectures, editorial board and Chemical Society members who are supporting us in this work, and all the participants till now who have joined us in this lecture. And Yatin, you also have done a great job. Interesting questions you asked, and I think you have prepared a lot. Ashif, for that. Can you share your email ID? I mean, write it to everyone. I mean, just can you type it here so that everybody can I will type your it, email ID. In the chat option, you can type to everyone. Yeah. Okay. So that's a great thing that Ashif will be sharing his email ID to everyone, so that anybody is having any questions, queries, or anybody want any help, he can directly contact on it. Yes, you can see that, right? To everyone. Email ID Ashif Narullah, Yes. Yeah. So this is his email ID, Ashif Narullah
ashiv_chem@iitb.ac.in, and his personal email ID is also there, ashivnarula26@gmail.com. So please write to him, copy these email addresses if you want to talk to him and have some information. All right. Thanks a lot. Yeah. Thank you very much. Thank you everyone for your attention. Thank you. Thank you.